ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵਹਿ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਆਸਾ ਬਾਣੀ ਭਗਤਾ ਕੀ, ਕਬੀਰ ਜੀਓ ਨਾਮਦੇਵ ਜੀਓ ਰਵਿਦਾਸ ਜੀਓ। ਆਸਾ ਸ੍ਰੀ ਕਬੀਰ ਜੀਓ, ਗੁਰ ਚਰਨ ਲਾਗ ਹਮ ਬਿਨਵਤਾ। ਪੂਛਤ ਕਹਿ ਜੀਓ ਪਾਇਆ, ਕਾਵਨ ਕਾਜ ਜਗ ਉਪਜੈ ਬਿਨਸੈ। ਕਹਹੁ ਮੋਹਿ ਸਮਝਾਇਆ, ਗੁਰ ਚਰਨ ਲਾਗ ਹਮ ਬਿਨਵਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ। ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਿਆਂ ਬਣਾਉਣ ਲਈ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰੂ ਸ਼ਬਦ ਦੇ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਰਸਨਾ ਤੋਂ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ
ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਦੇ ਨਾਲ ਭਗਤ ਕਬੀਰ ਸਿੰਘ ਜੀ ਦਾ ਕਾਂਚੀ ਦੇ ਵਿੱਚ ਮਿਲਾਪ ਹੋਇਆ ਸੀ, ਜਿਸ ਬਾਬਤ ਕਬੀਰ ਪੰਥੀਆਂ ਵਿੱਚੋਂ ਭਾਈ ਲਹਿਣਾ ਸਿੰਘ ਜੀ ਨੇ ਜੋ ਜਨਮ ਸਾਖੀ ਲਿਖੀ ਹੈ ਭਗਤ ਕਬੀਰ ਸਿੰਘ ਜੀ ਦੀ, ਉਸ ਵਿੱਚ ਜ਼ਿਕਰ ਕੀਤਾ 106 ਸਾਲ ਦੀ ਉਮਰ ਸੀ ਉਸ ਸਮੇਂ ਭਗਤ ਕਬੀਰ ਸਿੰਘ ਜੀ ਦੀ, ਜਦੋਂ ਕਾਂਚੀ ਵਿੱਚ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ ਮਿਲਾਪ ਹੋਇਆ ਸੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰੋ ਜਿਸ ਦੁਆਰਾ ਜੀਵਨ ਦੀ ਸਫਲਤਾ ਹੋ ਜਾਵੇ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕੀਤਾ ਸੀ। ਪਹਿਲਾਂ ਸਰਗੁਣ ਦੀ ਉਪਾਸਨਾ ਕਰਦੇ ਸਨ, ਫਿਰ ਮਹਾਰਾਜ ਸਾਹਿਬ ਜੀ ਨੇ ਜਦੋਂ ਉਪਦੇਸ਼ ਬਖਸ਼ਿਸ਼ ਕੀਤਾ ਨਿਰਗੁਣ ਦੀ ਉਪਾਸਨਾ ਵਿੱਚ ਲੱਗ ਕੇ ਲੋਕ ਪਰਲੋਕ ਸੁਹੇਲਾ ਬਣਾਇਆ ਸੀ। ਜਿਤਨੇ ਵੀ ਭਗਤ ਜਨ ਹਨ ਸਾਰੇ ਭਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਕਾਂਚੀ ਦੇ ਵਿੱਚ ਮਿਲਾਪ ਹੋਇਆ। ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਜਿਵੇਂ ਜਿਵੇਂ ਮਨ ਦੇ ਕੋਈ ਸੰਕਲਪ ਸਨ, ਮਨਾਂ ਵਿੱਚ ਪਈ ਹੋਈ ਸ਼ੰਕੇ ਸਨ, ਉਹ ਹਜੂਰ ਦੇ ਚਰਨਾਂ ਵਿੱਚ ਬੇਨਤੀਆਂ ਕਰਕੇ ਨਿਵਰਤੀ ਕਰ ਲਈ ਸੀ। ਸਤਿਗੁਰੂ ਜੀ ਨੇ ਜੋਗ ਉੱਤਰ ਦੇ ਕਰਕੇ ਜਵਾਬ ਦੇ ਕੇ ਸਭ ਦੇ ਸ਼ੰਕੇ ਔਰ ਭਰਮ ਦੂਰ ਕਰਕੇ ਨਿਰਗੁਣ ਸਰੂਪ ਅਕਾਲ ਪੁਰਖ ਜੀ ਦੀ ਉਪਾਸਨਾ ਵਿੱਚ ਲਗਾਇਆ ਸੀ। ਨਹੀਂ ਤਾਂ ਕੋਈ ਕਿਸੇ ਦੀ ਉਪਾਸਨਾ ਵਿੱਚ ਲੱਗਾ ਸੀ, ਕੋਈ ਕਿਸੇ ਦੀ ਸਰਗੁਣ ਰੂਪ ਦੇ ਵਿੱਚ ਉਪਾਸਨਾ ਵਿੱਚ ਲੱਗੇ ਸਨ। ਔਰ ਇਸ ਪ੍ਰਕਾਰ ਦੂਜੀ ਉਥਾਨਕਾ ਇਸ ਪਾਵਨ ਸ਼ਬਦ ਦੀ ਹੈ। ਭਗਤ ਕਬੀਰ ਸਾਹਿਬ ਜੀ ਆਪਣੇ ਗੁਰੂ ਰਾਮਾਨੰਦ ਜੀ ਦੇ ਨਾਲ ਜਦੋਂ ਮਿਲੇ ਨੇ, ਤਿਨਾਂ ਨੂੰ ਬੇਨਤੀ ਵਜੋਂ ਕੋਈ ਸਵਾਲ ਕਹੇ ਹਨ ਸੰਸਾਰ ਦੀ ਉਤਪਤੀ ਦੇ ਪ੍ਰਤੀ ਕਿ ਜਗਤ ਅੰਦਰ ਅਕਾਲ ਪੁਰਖ ਪ੍ਰਮਾਤਮਾ ਨੇ ਜੀਵਾਂ ਨੂੰ ਕਿਉਂ ਪੈਦਾ ਕੀਤਾ ਹੈ, ਜੰਮਣ ਮਰਨ ਦਾ ਦੁੱਖ ਕਿਉਂ ਹੈ, ਕਿਵੇਂ ਸੰਸਾਰ ਦੇ ਬੰਧਨਾਂ ਨੂੰ ਫਾਹੀਆਂ ਜੀਵ ਦੇ ਗਲ ਵਿੱਚ ਪਈਆਂ ਹੋਈਆਂ ਨੇ, ਇਹਨਾਂ ਦਾ ਕਾਰਨ ਕੀ ਹੈ। ਇਹ ਰਾਮਾਨੰਦ ਜੀ ਦੇ ਪਾਸ ਭਗਤ ਕਬੀਰ ਸਾਹਿਬ ਜੀ ਨੇ ਸਵਾਲ ਵਜੋਂ ਬੇਨਤੀ ਕੀਤੀ ਹੈ। ਇਹ ਸਾਧ ਸੰਗਤ ਜੀ ਦੋ ਉਥਾਨਕਾਂ ਹਨ ਇਸ ਪਾਵਨ ਸ਼ਬਦ ਦੀਆਂ, ਜੋ ਆਸਾ ਰਾਗ ਦੀ ਭਗਤ ਬਾਣੀ ਅੱਜ ਪ੍ਰਾਰੰਭ ਹੋ ਰਹੀ ਹੈ। ਕੱਲ ਆਸਾ ਕੀ ਵਾਰ ਪਾਵਨ ਗੁਰਬਾਣੀ ਦੀ ਕਥਾ ਦਾ ਭੋਗ ਪਿਆ ਸੀ। ਅੱਗੇ ਹੁਣ ਗਰੀਬ ਨਵਾਜ ਸਤਿਗੁਰੂ ਜੀ ਭਗਤ ਬਾਣੀ ਪ੍ਰਾਰੰਭ ਕਰ ਰਹੇ ਹੈ। ਪਿਆਰ ਦੇ ਨਾਲ ਸਰਵਣ ਕਰੀਏ ਜੀ। ਇੱਕ ਓੰਕਾਰ। ਪਹਿਲਾਂ ਅਕਾਲ ਪੁਰਖ ਪਰਮਾਤਮਾ ਜੀ ਦਾ ਮੰਗਲ ਕੀਤਾ ਹੈ। ਇੱਕ ਅਦੁੱਤੀ ਸਰੂਪ ਹੈ। ਓੰਕਾਰ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ। ਜਿਤਨੇ ਵੀ ਬਣਾਏ ਹੋਏ ਜੀਵ ਜੰਤੂ ਹਨ ਸਭ ਓੰਕਾਰ ਦੀ ਸ਼ਕਤੀ ਕਰਕੇ ਹਨ। ਹਰ ਇੱਕ ਜੀਵ ਦਾ ਜਨਮ ਓੰਕਾਰ ਦੀ ਸ਼ਕਤੀ ਕਰਕੇ ਹੋਇਆ ਹੈ। ਜਾਂ ਕਹਿ ਲਈਏ ਕਿ ਜੀਵਾਂ ਦਾ ਕਰਤਾ ਭਰਤਾ ਅਤੇ ਹਰਤਾ ਇੱਕ ਅਦੁੱਤੀ ਸਰੂਪ ਪਰਮੇਸ਼ਰ ਹੈ। ਜਿਸ ਓੰਕਾਰ ਦੀ ਸ਼ਕਤੀ ਕਰਕੇ ਹੀ ਸਾਰੇ ਜੀਵਾਂ ਦੀ ਸੰਸਾਰ ਦੇ ਅੰਦਰ ਉਤਪਤੀ ਹੋ ਰਹੀ ਹੈ, ਪਰਵਰਿਸ਼ ਹੋ ਰਹੀ ਹੈ, ਜੀਵਾਂ ਦੀ ਲੈਅਤਾ ਵੀ ਹੋ ਰਹੀ ਹੈ। ਐਸਾ ਦੇਸ਼ ਕਾਲ ਵਸਤੂ ਤੋਂ ਰਹਿਤ ਪਰਮਾਤਮਾ ਜੀ ਦਾ ਸਰੂਪ ਹੈ। ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਪਰਮੇਸ਼ਰ ਦਾ ਸਰੂਪ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ ਉਹ ਇੱਕ ਦੇਸ਼ੀ ਨਹੀਂ ਸਰਬ ਦੇਸ਼ੀ ਹੈ। ਫਿਰ ਕਾਲ ਤੋਂ ਰਹਿਤ ਹੈ, ਵਸਤੂ ਤੋਂ ਰਹਿਤ ਪਰਮਾਤਮਾ ਜੀ ਦਾ ਸਰੂਪ ਹੈ। ਨਿਰਗੁਣ ਸਰੂਪ ਦੇ ਵਿੱਚ ਨਾ ਕੋਈ ਚੱਕਰ ਚਿਹਨ ਜਾਤ ਪਾਤ ਕੁਝ ਵੀ ਕਥਨ ਨਹੀਂ ਕੀਤਾ ਜਾ ਸਕਦਾ, ਤੇ ਨਾ ਹੀ ਪ੍ਰਜਾਤਾਂ ਦੇ ਵਿੱਚੋਂ ਪਰਮਾਤਮਾ ਦਾ ਸਰੂਪ ਹੈ। ਕੋਈ ਪੰਛੀ ਵਰਗਾ ਹੋਵੇਗਾ, ਪਸ਼ੂਆਂ ਵਰਗਾ ਹੋਵੇਗਾ, ਨਹੀਂ। ਫਿਰ ਐਸਾ ਵੀ ਨਹੀਂ ਹੈ ਕਿ ਛੋਟੇ ਆਕਾਰ ਦਾ ਚਾਹੇ ਮੋਟੇ ਆਕਾਰ ਦਾ ਕੋਈ ਪਰਮਾਤਮਾ ਦਾ ਸਰੂਪ ਹੈ। ਹਜੂਰ ਕਹਿੰਦੇ ਇਹ ਸੰਸਾਰ ਦੇ ਅੰਦਰ ਜਾਤੀਆਂ ਪ੍ਰਜਾਤੀਆਂ ਤੇ ਸਵੈਗਤ ਭੇਦ ਕਥਨ ਕਹੀਦੇ ਹਨ, ਸੰਸਾਰ ਦੇ ਅੰਦਰ ਕਹੇ ਜਾਂਦੇ ਹਨ, ਪਰ ਪ੍ਰਮਾਤਮਾ ਇਹਨਾਂ ਭੇਦਾਂ ਤੋਂ ਵੀ ਰਹਿਤ ਹੈ, ਉਹ ਬ੍ਰਹਮ ਹੈ। ਐਸਾ ਓੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। ਸਤਿਨਾਮ
ਉਸ ਪਰਮੇਸ਼ਰ ਦਾ ਨਾਮ ਤ੍ਰੈ ਕਾਲ ਬਾਦ ਸਰੂਪ ਹੈ। ਉਹ ਪਰਮੇਸ਼ਰ ਦਾ ਨਾਮ ਸਦਾ ਸਤ ਹੈ। ਨਾਮ ਅਕਾਲ ਪੁਰਖ ਪਰਮੇਸ਼ਰ ਦੀ ਦਾ ਪ੍ਰਸਿੱਧ ਹੈ। ਸਤ ਤ੍ਰੈ ਕਾਲ ਤਿੰਨਾਂ ਸਮਿਆਂ ਦੇ ਵਿੱਚ ਉਹ ਪਰਮੇਸ਼ਰ ਸੱਚਾ ਹੈ। ਆਦ ਕਾਲ ਦੇ ਵਿੱਚ ਵੀ ਉਹ ਪਰਮਾਤਮਾ ਆਪ ਹੀ ਸੱਚਾ ਸੀ। ਯੁੱਗਾਂ ਦੇ ਵਿੱਚ ਵੀ ਪਰਮਾਤਮਾ ਹੀ ਸੱਚਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਵੇਗਾ। ਹਜੂਰ ਕਹਿੰਦੇ ਨਾਮ ਪਰਮੇਸ਼ਰ ਦਾ ਪ੍ਰਸਿੱਧ ਹੈ। ਹਰ ਇੱਕ ਜੀਵ ਉਸ ਪਰਮਾਤਮਾ ਦਾ ਹੀ ਚਿੰਤਨ ਕਰ ਰਿਹਾ ਹੈ। ਵੱਖੋ ਵੱਖਰੀ ਬੋਲੀ ਹੈ, ਵੱਖੋ ਵੱਖਰੀਆਂ ਭਾਸ਼ਾਵਾਂ ਹਨ, ਵੱਖੋ ਵੱਖਰੀਆਂ ਜਾਤਾਂ ਪ੍ਰਜਾਤਾਂ ਨੇ, ਛੋਟੇ ਵੱਡੇ ਆਕਾਰਾਂ ਦੇ ਜੀਵ ਜੰਤੂ ਹਨ, ਸੂਖਸ਼ਮ ਤੇ ਸਥੂਲ ਆਕਾਰਾਂ ਦੇ ਬਣਾਏ ਹੋਏ ਪਰਮਾਤਮਾ ਦੇ ਜੀਵ ਹਨ। ਜਿਵੇਂ ਹਜੂਰ ਨੇ ਬਚਨ ਕਹੇ ਹਨ, ਕੇਤੀਆ ਖਾਣੀ ਕੇਤੀਆ ਬਾਣੀ, ਕਿੰਨੀਆਂ ਕੋ ਖਾਣੀਆਂ ਕਿੰਨੀਆਂ ਕੋ ਉਹਨਾਂ ਦੀਆਂ ਬੋਲ ਬਾਣੀਆਂ ਹਨ। ਜਿਨ੍ਹਾਂ ਦੀ ਵੀ ਜਨਮ ਲੈ ਕੇ ਆਪੋ ਆਪਣੀ ਭਾਸ਼ਾ ਦੇ ਵਿੱਚ ਪਰਮਾਤਮਾ ਦਾ ਚਿੰਤਨ ਕਰ ਰਹੇ ਹਨ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅੱਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਮਹਾਰਾਜ ਕਹਿੰਦੇ ਸਭ ਦੇ ਉੱਪਰ ਕਿਰਪਾ ਦੇ ਕਰਨੇ ਵਾਲਾ ਪਰਮੇਸ਼ਰ ਹੈ। ਹਰ ਇੱਕ ਜੀਵ ਪਰਮਾਤਮਾ ਦਾ ਪ੍ਰਸਿੱਧ ਨਾਮ ਜਪ ਰਿਹਾ ਹੈ, ਕੋਈ ਕਿਸੇ ਢੰਗ ਦੇ ਨਾਲ ਅਤੇ ਕੋਈ ਕਿਸੇ ਢੰਗ ਦੇ ਨਾਲ। ਐਸਾ ਤਿੰਨਾਂ ਸਮਿਆਂ ਵਿੱਚ ਸਤ ਹੈ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਦਾ ਪ੍ਰਸਿੱਧ ਹੈ। ਸਾਰੀ ਸ੍ਰਿਸ਼ਟੀ ਦਾ ਕਰਤਾ ਪਰਮੇਸ਼ਰ ਆਪ ਹੈ, ਜਿਸ ਨੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ ਹੈ। ਪਿਤਾ ਰੂਪ ਹੋ ਕਰਕੇ ਵੀ ਆਪ ਹੀ ਪਰਮਾਤਮਾ ਜੋ ਜੀਵਾਂ ਦੇ ਵਾਸਤੇ ਦਾਤਾਂ ਦਿੰਦਾ ਹੈ, ਮਾਤਾ ਰੂਪ ਹੋ ਕਰਕੇ ਵੀ ਪਰਵਰਿਸ਼ ਆਪ ਹੀ ਕਰ ਰਿਹਾ ਹੈ। ਕਿਉਂਕਿ ਹਰ ਇੱਕ ਘਰ ਦੇ ਅੰਦਰ ਪਰਮਾਤਮਾ ਵਰਤ ਰਿਹਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਗਤ ਰੂਪ ਬਾਲਕ ਨੂੰ ਪੈਦਾ ਕਰਨ ਵਾਲਾ, ਸਭ ਨੂੰ ਬਣਾਉਣ ਵਾਲਾ ਕਰਤਾ ਆਪ ਹੈ। ਕਿਸੇ ਨੇ ਸੰਸਾਰ ਦੇ ਅੰਦਰ ਕਿਸੇ ਦੇਵੀ ਸ਼ਕਤੀ ਨੂੰ ਮੰਨਿਆ ਹੈ, ਕਿਸੇ ਨੇ ਕਿਸੇ ਨੂੰ ਮੰਨਿਆ ਹੈ, ਪਰ ਹਜੂਰ ਕਹਿੰਦੇ ਹਨ ਉਸ ਪਰਮੇਸ਼ਰ ਤੋਂ ਬਿਨਾਂ ਕੋਈ ਨਹੀਂ ਹੈ ਜਿਹੜਾ ਜੀਵਾਂ ਨੂੰ ਕਰਨ ਹਾਰਾ ਹੈ। ਪਰਮੇਸ਼ਰ ਤੋਂ ਬਿਨਾਂ ਹੋਰ ਦੂਜੀ ਕੋਈ ਵੀ ਐਸੀ ਸ਼ਕਤੀ ਨਹੀਂ ਹੈ। ਕੇਵਲ ਇੱਕ ਕਰਤਾ ਹੈ ਜੋ ਪੁਰਖ ਸਰੂਪ ਹੈ। ਬਾਕੀ ਸੰਸਾਰ ਭਰ ਦੇ ਸਭ ਜੀਵ ਰੂਪ ਸਖੀਆਂ ਹਨ, ਜੀਵ ਰੂਪ ਇਸਤਰੀਆਂ ਹਨ। ਏਕਾ ਪੁਰਖ ਸਬਾਈ ਨਾਰ। ਬਾਕੀ ਸੰਸਾਰ ਭਰ ਦੇ ਤਮਾਮ ਜੀਵ ਜੰਤੂ ਜਿਹੜੇ ਹਨ ਜੀਵ ਰੂਪ ਸਖੀਆਂ ਦੀ ਤਰ੍ਹਾਂ ਹਨ। ਫਿਰ ਸਭ ਨੂੰ ਕਰਨ ਵਾਲਾ, ਪੈਦਾ ਕਰਨ ਵਾਲਾ ਪਰਮੇਸ਼ਰ ਆਪ ਹੀ ਹੈ। ਭੈ ਤੋਂ ਰਹਿਤ ਹੈ ਪਰਮਾਤਮਾ ਦਾ ਸਰੂਪ, ਕਿਸੇ ਦਾ ਖੌਫ ਨਹੀਂ ਹੈ ਪਰਮਾਤਮਾ ਦੇ ਅੰਦਰ। ਨਿਰਵੈਰ, ਨਾ ਕਿਸੇ ਦੇ ਨਾਲ ਵੈਰ ਕਰਦਾ। ਮਹਾਰਾਜ ਕਹਿੰਦੇ ਨਿਰਵੈਰ ਪਰਮੇਸ਼ਰ ਦਾ ਸਰੂਪ ਹੈ। ਔਰ ਇਸੇ ਪ੍ਰਕਾਰ ਜਿੱਥੇ ਕਰਤਾ ਕਰਨਹਾਰਾ ਹੈ, ਉੱਥੇ ਪੁਰਖ ਮੂੰਹ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਵੀ ਪਰਮੇਸ਼ਰ ਆਪ ਹੈ। ਜੋ ਵਾਹਿਗੁਰੂ ਜੀ ਦੀ ਸ਼ਰਨ ਧਾਰਨ ਕਰ ਲੈਂਦੇ ਨੇ, ਉਹਨਾਂ ਨੂੰ ਨਰਕਾਂ ਦੇ ਵਿੱਚ ਨਹੀਂ ਪੈਣ ਦਿੰਦਾ। ਸਾਰੇ ਭੈ ਉਹਨਾਂ ਦੇ ਮਿਟਾ ਦਿੰਦਾ ਹੈ। ਹਰ ਪ੍ਰਕਾਰ ਦੀ ਵੈਰ ਭਾਵਨਾ ਮਨ ਦੇ ਵਿੱਚੋਂ ਅਭਾਵ ਕਰ ਦੇਣ ਵਾਲਾ ਵਾਹਿਗੁਰੂ ਜੀ ਦਾ ਸਰੂਪ ਹੈ। ਅਕਾਲ ਮੂਰਤ ਕਾਲ ਤੋਂ ਰਹਿਤ ਪਰਮਾਤਮਾ ਦੀ ਹਸਤੀ ਹੈ। ਨਹੀਂ ਤਾਂ ਕਾਲ ਕੇ ਬਨਾਹੇ ਸਭ ਕਾਲ ਹੀ ਚੁਬਾਹੇਂਗੇ। ਸਭ ਨੂੰ ਕਾਲ ਖਾ ਜਾਣ ਵਾਲਾ ਹੈ। ਕਿਉਂਕਿ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਛੀਜੈ। ਕਾਲ ਅਹੇਰੀ ਫਿਰੈ ਬਦਿਕ ਜਿਉ, ਕਹੋ ਕਵਨ ਬਿਦ ਕੀਜੈ। ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਿਤਾ। ਕਹੋ ਕੋ ਹੈ ਕਾ ਕਾ। ਦੱਸੋ ਕਾ ਕਿਸ ਨੇ ਸਹਾਇਕ ਬਣਦਾ ਹੈ? ਇੱਕ ਅਕਾਲ ਪੁਰਖ ਪਰਮੇਸ਼ਰ ਹੀ ਹੈ ਨਾ, ਜੋ ਕਾਲ ਤੋਂ ਰਹਿਤ ਹਸਤੀ ਹੈ। ਜੋ ਅਕਾਲ ਸਰੂਪ ਹੋ ਜਾਂਦਾ, ਉਹ ਕਾਲ ਦੀ ਲਪੇਟ ਤੋਂ ਬਚ ਜਾਂਦਾ ਹੈ। ਉਹ ਕਾਲ ਦਾ ਆਹਾਜ ਨਹੀਂ ਫਿਰ ਬਣਨਾ ਕਰਦਾ, ਨਹੀਂ ਤਾਂ ਕਾਲ ਦਾ ਸਾਰਾ ਆਹਾਰ ਬਣ ਜਾਂਦੇ ਹਨ ਸੰਸਾਰ ਭਰ ਦੇ ਜੀਵ ਜੰਤੂ। ਹਜੂਰ ਨੇ ਉਚਾਰਨ ਕੀਤਾ, ਉਹ ਕਾਲ ਵੀ ਪਰਮਾਤਮਾ ਦਾ ਪੈਦਾ ਕੀਤਾ ਹੈ। ਅਕਾਲ ਮੂਰਤ ਹੈ, ਕਾਲ ਤੋਂ ਰਹਿਤ ਵਾਹਿਗੁਰੂ ਜੀ ਦੀ ਹਸਤੀ ਹੈ। ਕਾਲ ਪਾਏ ਬ੍ਰਹਮਾ ਬਵਤਾਰਾ, ਕਾਲ ਪਾਏ ਸਿਵ ਜੂ ਅਵਤਾਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਇਹ ਕਾਲ ਦਾ ਹੀ ਤਮਾਸ਼ਾ ਬਣਾਇਆ ਹੈ ਜਗਤ ਅੰਦਰ।
ਪਰ ਆਪ ਉਹ ਪਰਮੇਸ਼ਰ ਅਕਾਲ ਸਰੂਪ ਹੈ। ਅਜੂਨੀ ਸਹਿ ਭੰ ਸੰਸਾਰ ਦੇ ਜੀਵ ਜੂਨਾਂ ਵਿੱਚ ਪੈਂਦੇ ਹਨ ਵਾਸ਼ਨਾ ਦੇ ਬੱਝੇ ਹੋਏ, ਪਰ ਪ੍ਰਮਾਤਮਾ ਜੂਨਾਂ ਤੋਂ ਰਹਿਤ ਹੈ। ਕਿਸੇ ਜੂਨ ਵਿੱਚ ਪੈਣ ਵਾਲਾ ਨਹੀਂ ਹੈ। 84 ਲੱਖ ਜੂਨਾਂ ਬਣਾਈਆਂ ਨੇ, ਪ੍ਰਮਾਤਮਾ ਅਜੂਨੀ ਹੈ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਕਿਸੇ ਵੀ ਜੂਨ ਵਿੱਚ ਆਉਣ ਵਾਲਾ ਨਹੀਂ ਹੈ। ਸਹਿ ਭੰ ਸੁਤੇ ਪ੍ਰਕਾਸ਼ ਸਰੂਪ ਹੈ। ਆਪਣੇ ਪ੍ਰਕਾਸ਼ ਤੋਂ ਆਪ ਹੀ ਪ੍ਰਗਟ ਹੋਣ ਵਾਲਾ ਪ੍ਰਮਾਤਮਾ ਹੈ। ਹਰ ਇੱਕ ਜੀਵ ਦਾ ਕੋਈ ਨਾ ਕੋਈ ਵਿਧੀ ਵਿਧਾਨ ਪਰਮੇਸ਼ਰ ਨੇ ਬਣਾਇਆ ਹੈ ਜੰਮਣ ਦਾ। ਚਾਰ ਖਾਣੀਆਂ ਦੇ ਵਿੱਚ ਕੋਈ ਨਾ ਕੋਈ ਵਿਧੀ ਵਿਧਾਨ ਹੈ। ਬਣਾਈ ਹੋਈ ਪ੍ਰਕਿਰਤੀ ਦੀ ਮਰਜ਼ਾਦਾ ਅਨੁਸਾਰ ਜੀਵਾਂ ਦਾ ਜਨਮ ਹੋ ਰਿਹਾ ਹੈ। ਪਰ ਪ੍ਰਮਾਤਮਾ ਸੰਸਾਰ ਦੇ ਜੀਵਾਂ ਤੋਂ ਪਰੇ ਹੈ। ਪ੍ਰਕਿਰਤੀ ਵਿੱਚ ਹੁੰਦਾ ਹੋਇਆ ਵੀ ਪ੍ਰਮਾਤਮਾ ਅਸੰਗ ਹੈ। ਐਸਾ ਵਾਹਿਗੁਰੂ ਜੀ ਦਾ ਸਵਰੂਪ ਹੈ। ਸਹਿ ਭੰ ਸੁਤੇ ਪ੍ਰਕਾਸ਼ ਸਰੂਪ ਹੈ। ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਜਿਵੇਂ ਸਾਧ ਸੰਗਤ ਜੀ, ਇੱਕ ਨਾਦੀ ਔਲਾਦ ਤੇ ਦੂਜੀ ਬਿੰਦੀ ਔਲਾਦ ਹੁੰਦੀ ਹੈ। ਨਾਦੀ ਔਲਾਦ ਉਹ ਹੁੰਦੀ ਹੈ ਜਿਹੜੀ ਨਾਦ ਤੋਂ ਸ਼ਬਦ ਤੋਂ ਪੈਦਾ ਹੋਵੇ। ਜਿਵੇਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ ਨਾ, ਪੰਜ ਬਾਣੀਆਂ ਦਾ ਜਾਪ ਕਰਕੇ, ਖੰਡੇ ਬਾਟੇ ਦੀ ਪਾਹੁਲ, ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਖਾਲਸੇ ਦੀ ਸਿਰਜਣਾ ਕੀਤੀ ਹੈ। ਖਾਲਸੇ ਦਾ ਜਨਮ ਹੋਇਆ ਹੈ ਖੰਡੇ ਦੀ ਧਾਰ ਦੇ ਵਿੱਚ। ਇਹ ਨਾਦੀ ਔਲਾਦ ਹੈ। ਬਿੰਦੀ ਔਲਾਦ ਮਾਤਾ ਪਿਤਾ ਦੇ ਸੰਬੰਧ ਤੋਂ ਜੀਵ ਦਾ ਜਨਮ ਹੋਣਾ, ਉਹ ਬਿੰਦੀ ਔਲਾਦ ਕਿਹਾ ਜਾਂਦਾ ਹੈ। ਪਰਮਾਤਮਾ ਨਾ ਤਾਂ ਕਿਸੇ ਦੀ ਨਾਦੀ ਔਲਾਦ ਹੈ ਅਤੇ ਨਾ ਹੀ ਬਿੰਦੀ ਔਲਾਦ ਹੈ। ਉਹ ਆਪਣੇ ਸਰੂਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ। ਮਹਾਰਾਜ ਕਹਿੰਦੇ ਹਨ ਸਹਿ ਭੰ, ਇਸ ਲਈ ਉਸ ਵਾਹਿਗੁਰੂ ਨੂੰ ਕੋਈ ਪੈਦਾ ਕਰਨ ਵਾਲਾ ਵੀ ਨਹੀਂ ਹੈ। ਉਹ ਵਾਹਿਗੁਰੂ ਸੁਤੇ ਹੀ ਪ੍ਰਕਾਸ਼ ਸਰੂਪ ਹੈ। ਗੁਰ ਪ੍ਰਸਾਦ ਗੁਰ ਕਹੀਏ ਕਿ ਚੇਤਨ ਸਰੂਪ ਹੈ। ਸੰਸਾਰ ਭਰ ਦੇ ਸਾਰੇ ਜੀਵ ਜੰਤੂ ਆਪੋ ਵਿੱਚ ਜੜ ਹਨ। ਆਪਣੇ ਬਲ ਕਰਕੇ ਕੋਈ ਚੇਤਨਤਾ ਨਹੀਂ ਆਪਣੇ ਅੰਦਰ ਪ੍ਰਗਟ ਕਰ ਸਕਦਾ। ਪਰਮਾਤਮਾ ਦੀ ਚੇਤਨ ਸ਼ਕਤੀ ਵਰਤ ਰਹੀ ਹੈ, ਤਾਂ ਹੀ ਇਹ ਸਰੀਰ ਰੂਪੀ ਖਿਡੌਣੇ ਤੁਰੇ ਫਿਰਦੇ ਹਨ, ਗੱਲਾਂ ਬਾਤਾਂ ਕਰਦੇ ਆ, ਖਾਂਦੇ ਪਹਿਨਦੇ ਹਨ। ਨਹੀਂ ਤਾਂ ਇਹ ਸਰੀਰ ਰੂਪੀ ਕਠ ਪੁਤਲੀਆਂ ਸਾਧ ਸੰਗਤ ਜੀ ਆਪੋ ਵਿੱਚ ਆਪਣੇ ਬਲ ਦੇ ਨਾਲ ਕੁਝ ਵੀ ਨਹੀਂ ਕਰ ਸਕਦੀਆਂ। ਜਿਵੇਂ ਸਤਿਗੁਰੂ ਜੀ ਦੇ ਬਚਨ ਹਨ ਗੁਰਬਾਣੀ ਅੰਦਰ, ਕਾਠ ਕੀ ਪੁੱਤਰੀ ਕਾਹ ਕਰੈ ਬਪੁਰੀ, ਖਿਲਾਵਨ ਹਾਰੋ ਜਾਣੈ, ਜੈਸਾ ਭੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾ ਜਾਣੈ। ਜਿਵੇਂ ਲੱਕੜ ਦੀਆਂ ਕਾਠ ਪੁਤਲੀਆਂ ਹੁੰਦੀਆਂ ਨੇ, ਬਰੀਕ ਜੀ ਤਾਰ ਬਾਜੀਗਰ ਦੇ ਹੱਥਾਂ ਵਿੱਚ ਹੁੰਦੀ ਹੈ, ਤੇ ਜਿੱਦਾਂ ਦੇ ਉਹਨਾਂ ਕਾਠ ਪੁਤਲੀਆਂ ਤੋਂ, ਲੱਕੜ ਦੀਆਂ ਬਣਾਈਆਂ ਹੋਈਆਂ ਪੁਤਲੀਆਂ ਤੋਂ ਜਿਵੇਂ ਦੇ ਉਹ ਐਕਸ਼ਨ ਕਰਾਉਣਾ ਚਾਹੇ ਉਸੇ ਤਰ੍ਹਾਂ ਕਰਦੇ ਹੈ। ਕਈਆਂ ਨੂੰ ਜਿਤਾਉਂਦਾ, ਕਈਆਂ ਨੂੰ ਹਰਾਉਂਦਾ, ਕਈਆਂ ਨੂੰ ਰਵਾਉਂਦਾ, ਕਈਆਂ ਨੂੰ ਖੇਡ ਖੜਾ ਕੇ ਹਸਾਉਂਦਾ, ਪਰ ਕੇਵਲ ਉਹ ਬਾਜੀਗਰ ਦੇ ਹੱਥਾਂ ਵਿੱਚ ਹੀ ਸਾਰਾ ਖੇਲ ਹੁੰਦਾ ਹੈ। ਉਹ ਬਰੀਕ ਜੀ ਤਾਰ ਦੇ ਨਾਲ ਹੀ ਸਾਰੇ ਐਕਸ਼ਨ ਕਰਵਾਈ ਜਾਂਦਾ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸੰਸਾਰ ਦੇ ਸਾਰੇ ਜੀਵ ਜੰਤੂ ਕਾਠ ਪੁਤਲੀਆਂ ਦੀ ਤਰ੍ਹਾਂ ਹਨ। ਸਭ ਦੀ ਵਾਗਡੋਰ ਪ੍ਰਮਾਤਮਾ ਦੇ ਹੱਥਾਂ ਵਿੱਚ ਹੈ। ਜਿਵੇਂ ਜਿਵੇਂ ਪਰਾਰਬਧ ਅਨੁਸਾਰ ਜੀਵਾਂ ਨੂੰ ਕਰਮਾਂ ਦੀਆਂ ਖੇਡਾਂ ਵਿੱਚ ਨਚਾਉਂਦਾ, ਕਿਸੇ ਨੂੰ ਜਿਤਾ ਦਿੰਦਾ, ਕਿਸੇ ਨੂੰ ਹਰਾਉਂਦਾ, ਕਿਸੇ ਨੂੰ ਖਿੜ ਖੜਾ ਕੇ ਹਸਾਉਂਦਾ ਤੇ ਕਿਸੇ ਨੂੰ ਰਵਾਉਂਦਾ। ਜਿੱਦਾਂ ਦੀ ਮਨੁੱਖ ਦੀ ਪਰਾਰਬਧ ਹੈ, ਜਿਹੋ ਜਿਹੇ ਮਨੁੱਖ ਦੇ ਕਮਾਏ ਹੋਏ ਕਰਮ ਹਨ, ਉਹਨਾਂ ਕਰਮਾਂ ਅਨੁਸਾਰ ਜੀਵਾਂ ਨੂੰ ਫਲ ਪ੍ਰਦਾਨ ਕਰਨ ਵਾਲਾ ਪਰਮੇਸ਼ਰ ਹੈ। ਮਹਾਰਾਜ ਕਹਿੰਦੇ ਹਨ ਉਹ ਪਰਮਾਤਮਾ ਚੇਤਨ ਸਰੂਪ ਹੈ। ਗੁਰ ਚੇਤਨ ਹੈ ਤੇ ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਸਤ ਚੇਤਨ ਆਨੰਦ ਪਰਮਾਤਮਾ ਦਾ ਸਰੂਪ ਹੈ। ਅਸਤ ਜੜ ਦੁੱਖ ਰੂਪ ਇਹ ਮਾਇਆ ਦਾ ਰੂਪ ਹੈ। ਐਸਾ ਉਹ ਪਰਮਾਤਮਾ ਔਰ ਸਾਧ ਸੰਗਤ ਜੀ ਗੁਰ ਪ੍ਰਸਾਦ। ਜਦੋਂ ਸਿੱਖ ਬੇਨਤੀ ਕਰਕੇ ਪੁੱਛਦੇ ਨੇ ਮਹਾਰਾਜ ਜੀ ਉਸ ਓੰਕਾਰ ਦੀ ਸ਼ਕਤੀ ਨੂੰ ਪਾਈਦਾ ਕਿਵੇਂ ਹੈ, ਤੇ ਮਹਾਰਾਜ ਕਹਿੰਦੇ ਹਨ ਗੁਰੂ ਕਿਰਪਾ ਦੁਆਰਾ। ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ, ਕਿਰਪਾ ਨੂੰ ਪ੍ਰਸਾਦ ਕਹੀਏ ਬਖਸ਼ਿਸ਼, ਵਾਹਿਗੁਰੂ ਜੀ ਦੀ ਬਖਸ਼ਿਸ਼, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪਾਈਦਾ ਹੈ। ਰਾਗ ਆਸਾ ਬਾਣੀ ਭਗਤਾ ਕੀ, ਆਸਾ ਰਾਗ ਹੈ ਅਤੇ ਬਾਣੀ ਭਗਤਾਂ ਕੀ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਭਗਤ ਜਨਾਂ ਦੀ ਰਸਨਾ ਦੁਆਰਾ ਉਚਾਰਨ ਕੀਤੀ ਹੋ ਬਾਣੀ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਬੀਰ ਜੀਓ, ਨਾਮਦੇਵ ਜੀਓ, ਰਵਿਦਾਸ ਜੀਓ। ਹਜੂਰ ਨੇ ਤਿੰਨ ਭਗਤ ਜਨਾਂ ਦੇ ਨਾਮ ਇੱਥੇ ਕਥਨ ਕੀਤੇ ਹਨ। ਪਹਿਲਾ ਭਗਤ ਕਬੀਰ ਸਾਹਿਬ ਜੀ ਦਾ ਨਾਮ ਕਥਨ ਕੀਤਾ ਹੈ ਔਰ ਹਜੂਰ ਕਹਿੰਦੇ ਹਨ ਭਗਤ ਨਾਮਦੇਵ ਜੀਓ। ਭਗਤ ਨਾਮਦੇਵ ਜੀ ਦੀ ਬਾਣੀ ਆਵੇਗੀ, ਭਗਤ ਰਵਿਦਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਆਵੇਗੀ, ਭਗਤ ਧੰਨਾ ਜੀ ਦਾ ਤੇ ਭਗਤ ਫਰੀਦ ਸਾਹਿਬ ਜੀ ਦੇ ਸ਼ਬਦ ਆਉਣੇ ਆ। ਇੱਥੇ ਗਰੀਬ ਨਵਾਜ ਸਤਿਗੁਰੂ ਜੀ ਨੇ ਤਿੰਨਾਂ ਭਗਤਾਂ ਦੇ ਹੀ ਨਾਮ ਇੱਥੇ ਉਚਾਰਨ ਕੀਤੇ ਹਨ। ਗਰੀਬ ਨਵਾਜ ਹਜੂਰ ਕਹਿੰਦੇ ਨਾ ਭਗਤ ਜਨਾਂ ਦੀ ਰਸਨਾ ਦੁਆਰਾ ਉਚਾਰਨ ਕੀਤੀ ਹੋ ਪਾਵਨ ਬਾਣੀ ਹੈ। ਆਸਾ ਸ੍ਰੀ ਕਬੀਰ ਜੀਓ। ਹੁਣ ਪਹਿਲਾ ਆਸਾ ਰਾਗ ਦੇ ਅੰਦਰ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਜੋ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਹਨ। ਗੁਰ ਚਰਨ ਲਾਗ ਹਮ ਬਿਨਵਤਾ। ਭਗਤ ਰਾਮਾਨੰਦ ਜੀ ਦੇ ਪਾਸ ਭਗਤ ਕਬੀਰ ਸਾਹਿਬ ਜੀ ਬੇਨਤੀ ਕਰਦੇ ਹਨ, ਮਹਾਰਾਜ ਤੁਹਾਡੇ ਸ਼ਰਨ ਵਿੱਚ ਆਏ ਹਾਂ, ਕੋਈ ਸਵਾਲ ਵਜੋਂ ਬੇਨਤੀਆਂ ਕਰਨੀਆਂ ਨੇ। ਹੱਥ ਜੋੜ ਕੇ ਕਹਿੰਦੇ ਨੇ ਮਹਾਰਾਜ ਗੁਰ ਚਰਨ ਲਾਗ ਹਮ ਬਿਨਵਤਾ ਪੂਛਤ। ਅਰਥ ਦੇ ਵਾਸਤੇ ਪੂਛਤ ਤੇ ਰੁਕਣਾ, ਉਵੇਂ ਵਿਸ਼ਰਾਮ ਬਿਨਵਤਾ ਤੇ ਹੀ ਹੈ। ਪੂਛਤ ਕਹਿੰਦੇ ਨੇ ਪੁੱਛਣ ਨੂੰ, ਮਹਾਰਾਜ ਤੁਹਾਡੀ ਚਰਨੀ ਲੱਗ ਕੇ ਅਸੀਂ ਬੇਨਤੀ ਕਰਕੇ ਕੁਝ ਪੁੱਛ ਰਹੇ ਹਾਂ। ਹੇ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਆ ਕੇ ਹੇ ਗਰੀਬ ਨਵਾਜ ਸਤਿਗੁਰੂ ਜੀ ਅਸੀਂ ਬੇਨਤੀ ਵਜੋਂ ਕੁਝ ਪੁੱਛ ਰਹੇ ਹਾਂ। ਪੂਛਤ ਕਹਿ ਜੀਓ ਪਾਇਆ। ਕੀ ਪੁੱਛਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ? ਸੰਸਾਰ ਦੇ ਅੰਦਰ ਪ੍ਰਮਾਤਮਾ ਨੇ ਜੀਵ ਨੂੰ ਕਿਸ ਕਰਕੇ ਪਾਇਆ, ਪੈਦਾ ਕੀਤਾ ਹੈ? ਪੂਛਤ ਕਹਿ ਜੀਓ ਪਾਇਆ, ਕਿਵੇਂ ਸੰਸਾਰ ਦੇ ਅੰਦਰ ਜੀਵ ਪੁਣਾ ਜੀਵ ਦੇ ਅੰਦਰ ਪਾ ਦਿੱਤਾ ਹੈ? ਇਹ ਕਿਉਂ ਅਕਾਲ ਪੁਰਖ ਪ੍ਰਮਾਤਮਾ ਨੇ ਜੀਵ ਪੁਣਾ ਸੰਸਾਰ ਦੇ ਜੀਵਾਂ ਵਿੱਚ ਪਾਇਆ ਹੈ? ਕਾਵਨ ਕਾਜ ਜਗ ਉਪਜੈ ਬਿਨਸੈ। ਦੂਜਾ ਸਵਾਲ ਇਹ ਹੈ ਮਹਾਰਾਜ ਕਿਸ ਕਾਰਜ ਕਰਕੇ ਪ੍ਰਮਾਤਮਾ ਨੇ ਸੰਸਾਰ ਦੇ ਜੀਵਾਂ ਦਾ ਜਨਮ ਅਤੇ ਮਰਨ ਬਣਾਇਆ ਹੈ? ਉਪਜੈ ਬਿਨਸੈ, ਜੀਵਾਂ ਦੀ ਉਤਪਤੀ ਹੁੰਦੀ ਹੈ ਤੇ ਫਿਰ ਬਿਨਸ ਜਾਂਦੇ ਹਨ। ਕਹੋ ਮੋਹਿ ਸਮਝਾਇਆ। ਹੇ ਰਾਮਾਨੰਦ ਜੀ ਕਿਰਪਾ ਕਰਕੇ ਸਾਨੂੰ ਕਹਿ ਕੇ ਸਮਝਾਵੋ। ਔਰ ਇਹਦੀ ਜਿਹੜੀ ਦੂਜੀ ਉਥਾਨਕਾ ਸੀ ਉਹਦੇ ਅਨੁਸਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਵੀ ਬੇਨਤੀ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਜਦੋਂ ਕਾਂਚੀ ਵਿੱਚ ਸਤਿਗੁਰੂ ਜੀ ਦੇ ਨਾਲ ਮਿਲੇ ਹਨ ਤੇ ਗਰੀਬ ਨਵਾਜ ਜਿਵੇਂ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਤਿਵੇਂ ਇਸ ਸ਼ਬਦ ਦੇ ਅੰਦਰ ਤਿੰਨਾਂ ਨੇ ਨਿਰੂਪਣ ਕੀਤਾ ਹੈ। ਉਹ ਸ਼ਬਦ ਨੂੰ ਜਿਹੜੇ ਸਵਾਲਾਂ ਦੇ ਜਵਾਬ ਮਿਲੇ ਸਨ ਉਹਨਾਂ ਨੂੰ ਇਸ ਸ਼ਬਦ ਦੇ ਅੰਦਰ ਹੀ ਦਰਜ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਤੇ ਬੇਨਤੀ ਕਰਦੇ ਨੇ ਮਹਾਰਾਜ ਕਹੋ ਮੋਹਿ ਸਮਝਾਇਆ। ਹੇ ਗਰੀਬ ਨਵਾਜ ਸਤਿਗੁਰੂ ਜੀ ਆਪ ਕਿਰਪਾ ਕਰਕੇ ਰਸਨਾ ਤੋਂ ਕਹਿ ਕੇ ਉਚਾਰਨ ਕਰਕੇ ਮਹਾਰਾਜ ਸਾਨੂੰ ਸਮਝਾਵੋ ਕਿ ਜੀਵਨ ਦੇ ਅੰਦਰ ਜੀਵਪੁਣਾ ਕਿਉਂ ਪ੍ਰਮਾਤਮਾ ਨੇ ਪਾਇਆ ਹੈ, ਫਿਰ ਸੰਸਾਰ ਦੀ ਉਤਪਤੀ ਤੇ ਬਿਨਸਤਾ ਕਿਉਂ ਹੋ ਰਹੀ ਹੈ? ਦੇਵ ਕਰਹੁ ਦਇਆ ਮੋਹਿ ਮਾਰਗ ਲਾਵਹੁ। ਦੇਵ ਹੈ ਪ੍ਰਕਾਸ਼ ਰੂਪ, ਦੇਵ ਰਾਜ ਰੂਪ ਅਕਾਲ ਪੁਰਖ ਪ੍ਰਮਾਤਮਾ ਜੀ ਮੇਰੇ ਤੇ ਕਿਰਪਾ ਕਰੋ। ਦੇਵ ਕਰਹੁ ਦਇਆ, ਦਇਆ ਦੇ ਘਰ ਵਿੱਚ ਆ ਕੇ ਮਹਾਰਾਜ ਬਖਸ਼ਿਸ਼ ਕਰੋ, ਸਾਨੂੰ ਪ੍ਰੇਮ ਭਗਤੀ ਦੇ ਮਾਰਗ ਤੇ ਚਲਾਉਣਾ ਕਰੋ। ਦੇਵ ਕਰਹੁ ਦਇਆ ਮੋਹਿ ਮਾਰਗ ਲਾਵਹੁ। ਹੇ ਗਰੀਬ ਨਵਾਜ ਅਗਿਆਤ ਹੋਣੇ ਕਰਕੇ ਅਸੀਂ ਕੁਰਾਹੇ ਪਏ ਹੋਏ ਹਾਂ, ਕਿਰਪਾ ਕਰਕੇ ਹੁਣ ਮਹਾਰਾਜ ਸਾਨੂੰ ਗਿਆਨ ਰੂਪੀ ਰਸਤੇ ਤੇ ਚਲਾ ਦੇਵੋ। ਹੇ ਗਰੀਬ ਨਵਾਜ ਖੋਟਾ ਰਸਤਾ ਧਾਰਨ ਕੀਤਾ ਹੋਇਆ ਬੇਸਮਝ ਹੋਣੇ ਕਰਕੇ, ਇਸ ਲਈ ਪ੍ਰਕਾਸ਼ ਸਰੂਪ ਗਿਆਨ ਸਰੂਪ ਪਰਮਾਤਮਾ ਸਾਡੇ ਹਿਰਦੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਕਰਕੇ ਸਾਨੂੰ ਪ੍ਰੇਮ ਭਗਤੀ ਦੇ ਮਾਰਗ ਤੇ ਚਲਾਵੋ। ਹੋਰ ਹੀ ਮਹਾਰਾਜ ਦੁਨੀਆ ਦੇ ਸਾਧਨਾ ਨੂੰ ਵੀ ਅਸੀਂ ਰਸਤੇ ਨੂੰ ਧਾਰਨ ਕੀਤਾ ਹੈ। ਕਦੇ ਕਿਸੇ ਦੀ ਪੂਜਾ ਵਿੱਚ ਲੱਗ ਜਾਂਦੇ ਹਾਂ, ਕਦੇ ਕਿਸੇ ਦੀ ਅਰਚਨਾ ਵਿੱਚ ਲੱਗ ਜਾਂਦੇ ਹਾਂ। ਆਪ ਕਿਰਪਾ ਕਰਕੇ ਮਹਾਰਾਜ ਪ੍ਰੇਮ ਭਗਤੀ ਦੇ ਮਾਰਗ ਤੇ ਸਾਨੂੰ ਚਲਾਵੋ। ਮਹਾਰਾਜ ਜਿਸ ਕਰਕੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਸਕੇ। ਹੇ ਪ੍ਰਕਾਸ਼ ਰੂਪ ਪਰਮਾਤਮਾ
ਐਸੀ ਕਿਰਪਾ ਕਰਕੇ ਮਹਾਰਾਜ ਆਪ ਜੀ ਦੀ ਪ੍ਰਾਪਤੀ ਰੂਪ ਰਸਤੇ ਤੇ ਸਾਨੂੰ ਲਾਉਣਾ ਕਰੋ। ਜਿਤ ਪੈ ਬੰਧਨ ਟੂਟੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜਿਸ ਵਿੱਚ ਲੱਗਣ ਕਰਕੇ ਭੈ ਕਰਕੇ ਸੰਸਾਰ ਦੇ ਬੰਧਨ ਟੁੱਟ ਜਾਣ। ਜਿਤ ਭੈ ਬੰਧਨ ਟੂਟੈ, ਕਿਉਂਕਿ ਮਨੁੱਖ ਦੇ ਮਨ ਦੇ ਵਿੱਚ ਜੰਮਣ ਤੇ ਮਰਨ ਦਾ ਮੌਤ ਦਾ ਬਹੁਤ ਵੱਡਾ ਭੈ ਬਣਿਆ ਹੋਇਆ ਹੈ। ਤੇ ਹਜੂਰ ਕਹਿੰਦੇ ਹਨ, ਇਹ ਭੈ ਕਰਕੇ ਬੰਧਨ ਵੀ ਮਨੁੱਖ ਦੇ ਗਲ ਵਿੱਚ ਪਿਆ ਹੋਇਆ ਹੈ। ਇਸ ਕਰਕੇ ਇਹ ਮਨੁੱਖ ਬੰਧਨ ਦੇ ਵਿੱਚ ਬੱਝਾ ਹੋਇਆ ਹੈ। ਭੈ ਇੱਕ ਪ੍ਰਕਾਰ ਦਾ ਨਹੀਂ ਹੈ, ਕਿੰਨੇ ਕਿੰਨੇ ਪ੍ਰਕਾਰ ਦੇ ਭੈ, ਕਿੰਨੇ ਕਿੰਨੇ ਤਰ੍ਹਾਂ ਦੇ ਡਰ ਮਨ ਦੇ ਅੰਦਰ ਬਣੇ ਹੋਏ ਹਨ। ਕਿਸੇ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਭੈ ਹੈ, ਕਿਸੇ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਖੌਫ ਬਣਿਆ ਹੋਇਆ ਹੈ। ਪਰ ਹਜੂਰ ਕਹਿੰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ, ਆਪ ਕਿਰਪਾ ਕਰੋ ਮਹਾਰਾਜ, ਏਦਾਂ ਦੇ ਭਾਵ ਭਗਤੀ ਦੇ ਰਸਤੇ ਤੇ ਚਲਾਓ ਜਿਸ ਕਰਕੇ ਸਾਡੇ ਬੰਧਨ ਵੀ ਸਾਰੇ ਟੁੱਟ ਜਾਣ। ਜਨਮ ਮਰਨ ਦੁਖ ਫੇੜ ਕਰਮ। ਫਿਰ ਹੁਣ ਸਵਾਲ ਦਾ ਜਵਾਬ ਦਿੰਦੇ ਹਨ ਭਗਤ ਰਾਮਾਨੰਦ ਜੀ। ਕਹਿੰਦੇ ਹਨ ਕਿ ਜਿਹੜਾ ਸੰਸਾਰ ਦੇ ਅੰਦਰ ਉਪਜਣਾ ਤੇ ਮਰਨਾ ਹੈ, ਭਾਵ ਜੰਮਣਾ ਤੇ ਮਰਨਾ ਹੈ। ਦੂਜੇ ਸਵਾਲ ਦਾ ਜਵਾਬ ਪਹਿਲਾਂ ਦੇ ਰਹੇ ਹਨ, ਪਹਿਲੇ ਦਾ ਬਾਅਦ ਵਿੱਚ ਦੇਣਗੇ ਕਿ ਕਿਸ ਕਰਕੇ ਸੰਸਾਰ ਉਪਜਦਾ ਤੇ ਪੈਦਾ ਹੁੰਦਾ, ਉਹਦਾ ਪਹਿਲਾਂ ਹੁਣ ਜਵਾਬ ਦਿੰਦੇ ਹਨ। ਹਜੂਰ ਬਖਸ਼ਿਸ਼ ਕਰਦੇ ਹਨ, ਜਨਮ ਮਰਨ ਦੁੱਖ ਫੇੜ ਕਰਮ। ਫੇੜ ਕਹਿੰਦੇ ਨੇ ਜਿਹੜੇ ਕਮਾਏ ਹੋਏ ਮਨੁੱਖ ਦੇ ਮਾੜੇ ਕਰਮ ਹਨ, ਜਿਹੜੇ ਪੂਰਬਲੇ ਜਨਮ ਦੇ ਵਿੱਚ ਪਾਪ ਕਰਮ ਕੀਤੇ ਸਨ, ਬੁਰੇ ਕਰਮ ਕੀਤੇ ਸਨ, ਉਹਨਾਂ ਨੂੰ ਸੰਚਿਤ ਕਰਮ ਕਿਹਾ ਜਾਂਦਾ ਹੈ। ਸਾਧ ਸੰਗਤ ਜੀ, ਇੱਕ ਕਿਰਿਆਮਾਨ ਕਰਮ ਹਨ ਜਿਹੜੇ ਅਸੀਂ ਜੀਵਨ ਦੇ ਵਿੱਚ ਕਰ ਰਹੇ ਹਾਂ। ਇੱਕ ਜਿਹੜੀ ਸੰਚਿਤ ਕਰਮ ਹਨ ਉਹ ਫਿਰ ਪਰਾਰਬਧ ਬਣ ਜਾਂਦੀ ਹੈ। ਮਨੁੱਖ ਦੇ ਕੀਤੇ ਹੋਏ ਪੂਰਬਲੇ ਜਨਮ ਦੇ ਜਿਹੜੇ ਸੰਚਿਤ ਇਕੱਤਰ ਕੀਤੇ ਹੋਏ ਕਰਮ ਸਨ, ਉਹ ਫਿਰ ਇਸ ਜਨਮ ਦੇ ਵਿੱਚ ਜੀਵ ਨੂੰ ਫਲ ਰੂਪ ਦੇ ਵਿੱਚ ਪ੍ਰਾਪਤ ਹੋ ਰਹੇ ਹਨ। ਚੰਗੇ ਮੰਦੇ ਕਰਮਾਂ ਕਰਕੇ ਸੁਖ ਦੁੱਖ ਰੂਪ ਦੇ ਵਿੱਚ ਉਹ ਫਲ ਜੀਵ ਨੂੰ ਪ੍ਰਾਪਤ ਹੋਇਆ ਹੈ। ਤੇ ਹਜੂਰ ਨੇ ਉਚਾਰਨ ਕੀਤਾ, ਕਹਿਣ ਲੱਗੇ ਹਨ ਕਿ ਜਨਮ ਮਰਨ ਦੁੱਖ ਫੇੜ ਕਰਮ। ਹੈ ਜੀਵ, ਸੰਸਾਰ ਦੇ ਅੰਦਰ ਤੇਰੇ ਪੂਰਬਲੇ ਕਮਾਏ ਹੋਏ ਮਾੜੇ ਕਰਮਾਂ ਕਰਕੇ ਹੀ ਜਨਮ ਤੇ ਮਰਨ ਹੋ ਰਿਹਾ ਹੈ। ਇਹ ਦੂਜੇ ਸਵਾਲ ਦਾ ਜਵਾਬ ਦਿੱਤਾ ਹੈ ਕਿ ਸੰਸਾਰ ਦੀ ਉਤਪਤੀ ਅਤੇ ਵਿਨਸਣਾ, ਜੰਮਣਾ ਅਤੇ ਮਰਨਾ, ਵਾਸ਼ਨਾ ਦੇ ਬੱਝੇ ਹੋਏ ਜਨਮ ਧਾਰਨ ਕਰਨਾ ਤੇ ਮੌਤ ਦੇ ਮਾਰੇ ਹੋਏ ਮਰਨਾ, ਇਹ ਪੂਰਬਲੇ ਕੀਤੇ ਹੋਏ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਸੁਖ ਜੀ ਜਨਮ ਤੇ ਛੂਟੈ। ਇਹ ਜੀਵ ਸੰਸਾਰ ਦੇ ਅੰਦਰ ਕਿਉਂ ਸੁਖਾਂ ਤੋਂ, ਸੁਖ ਸਰੂਪ ਤੋਂ ਛੁੱਟ ਗਿਆ ਹੈ? ਸੁਖ ਜੀ ਜਨਮ ਤੇ, ਇਹ ਜੀਵ ਦੇ ਅੰਦਰ ਜੀਵਪੁਣਾ ਆ ਗਿਆ ਹੈ ਜਦੋਂ ਸੰਸਾਰ ਦੇ ਅੰਦਰ ਜਨਮਿਆ ਹੈ ਪਰਮਾਤਮਾ ਦਾ ਹੀ ਸਰੂਪ ਹੈ, ਪਰ ਆਪਣੀ ਹੋਂਦ ਦੇ ਵੱਖਰੀ ਬਣਾਈ ਬੈਠਾ ਕਿ ਮੈਂ ਵੀ ਕੁਝ ਸੰਸਾਰ ਦੇ ਅੰਦਰ ਹਾਂ। ਹੈ ਈਸ਼ਵਰ ਰੂਪ ਹੈ, ਪਰ ਈਸ਼ਵਰ ਤੋਂ ਜੀਵ ਗੁਣਾ ਆਪਣੇ ਵਿੱਚ ਵੱਖਰਾ ਆਏ, ਵਖਰੇਵਾ ਹੀ ਪੈਦਾ ਕਰੀ ਬੈਠਾ ਹੈ ਹੰਕਾਰ ਕਰਕੇ। ਕਿਉਂਕਿ ਜਦ ਮਨੁੱਖ ਦੇ ਮਨ ਵਿੱਚ ਹੰਕਾਰ ਪੈਦਾ ਹੁੰਦਾ ਹੈ ਨਾ, ਉਦੋਂ ਮਨ ਵਿੱਚ ਇਦਾਂ ਦੇ ਵਿਚਾਰ ਫੁਰਦੇ ਹਨ ਕਿ ਮੈਂ ਵੀ ਕੁਝ ਸੰਸਾਰ ਦੇ ਵਿੱਚ ਹਾਂ, ਮੈਂ ਕਿਹੜਾ ਸੰਸਾਰ ਦੇ ਲੋਕਾਂ ਤੋਂ ਘੱਟ ਹਾਂ, ਮੈਂ ਵੀ ਤਾਂ ਕੁਝ ਨਾ ਕੁਝ ਹੈ ਹੀ ਹੈ ਨਾ ਸੰਸਾਰ ਅੰਦਰ। ਉਹ ਮੈਂ ਕਰਕੇ ਜੀਵ ਦੇ ਅੰਦਰ ਜੀਵਪੁਣਾ ਪੈਦਾ ਹੁੰਦਾ ਹੈ। ਜੇ ਜੀਵਪੁਣਾ ਅਭਾਵ ਹੋ ਜਾਵੇ ਫਿਰ ਈਸ਼ਵਰ ਦਾ ਸਰੂਪ ਬਣ ਜਾਂਦਾ ਹੈ। ਪਰ ਇਹ ਹੰਕਾਰ ਹਉਮੈ ਨੂੰ ਮਿਟਾਉਣਾ ਬੜਾ ਕਠਿਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਜੀਵ ਈਸ਼ ਦੀ ਏਕਤਾ ਕਰ ਦੇਣ। ਮਹਾਰਾਜ ਕਹਿੰਦੇ ਤਾਂ ਬ੍ਰਹਮ ਦੇ ਵਿੱਚ ਅਭੇਦਤਾ ਪਾਉਂਦਾ ਹੈ, ਨਹੀਂ ਤਾਂ ਫਿਰ ਜੀਵਪੁਣੇ ਵਿੱਚ ਲੱਗ ਕੇ ਹੀ ਬਾਰ-ਬਾਰ ਜਨਮਦਾ ਤੇ ਮਰਦਾ ਰਹਿੰਦਾ। ਬਾਰ-ਬਾਰ ਜੰਮਣ ਤੇ ਮਰਨ ਜੀਵਪੁਣੇ ਵਿੱਚ ਰੱਖਣੇ ਕਰਕੇ ਹੁੰਦਾ ਹੈ। ਔਰ ਇਸ ਪ੍ਰਕਾਰ ਹਜੂਰ ਨੂੰ ਬੇਨਤੀ ਕਰਦੇ ਨੇ, ਮਹਾਰਾਜ ਸੁਖ ਜੀ ਜਨਮ ਤੇ ਛੂਟੈ। ਫਿਰ ਜੀਵ ਨੂੰ ਸੁਖ ਕਿਵੇਂ ਪ੍ਰਾਪਤ ਹੋ ਸਕਦਾ ਹੈ? ਦੂਸਰੇ ਅਰਥ ਵਿੱਚ ਕਹਿੰਦੇ ਹਨ, ਸੁਖ ਜੀ ਜਨਮ ਤੇ ਛੂਟੈ, ਜੀਵਪੁਣੇ ਤੋਂ ਛੁੱਟ ਜਾਵੇ, ਇਸ ਬੰਧਨ ਤੋਂ ਛੁਟਕਾਰਾ ਪਾ ਲਵੇ, ਤਾਂ ਫਿਰ ਇਸ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। ਤਾਂ ਫਿਰ ਵਾਹਿਗੁਰੂ ਜੀ ਦੇ ਸੁਖ ਸਰੂਪ ਨੂੰ ਪਾ ਸਕਦਾ ਹੈ। ਜੇਕਰ ਜੀਵ ਪੁਣੇ ਤੋਂ ਛੁੱਟ ਜਾਵੇ, ਈਸ਼ਵਰ ਪੁਣੇ ਨੂੰ ਧਾਰਨ ਕਰ ਲਵੇ।
ਜੀਵ ਈਸ਼ ਦੀ ਏਕਤਾ ਕਰ ਲਵੇ ਤਾਂ ਸੁਖ ਸਰੂਪ ਬ੍ਰਹਮ ਦੇ ਵਿੱਚ ਜਾ ਕੇ ਮਿਲਦਾ ਹੈ, ਤਾਂ ਫਿਰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਰਹਾਉ ਵਿਸਰਾਮ ਦੇ ਕੇ ਹਜੂਰ ਬਖਸ਼ਿਸ਼ ਕਰਦੇ ਹਨ। ਮਾਇਆ ਫਾਸ ਬੰਦ ਨਹੀਂ ਫਾਰੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਇਸ ਸੰਸਾਰ ਦੇ ਅੰਦਰ ਜੀਵ ਦੇ ਮਾਇਆ ਦੇ ਬੰਧਨ ਪਏ ਹੋਏ ਹਨ। ਇਹ ਜਾਣ ਲਓ ਕਿ ਮਾਇਆ ਦੇ ਬੰਧਨ ਫਾਹੀਆਂ ਇਹ ਜੀਵ ਦੇ ਗਲ ਵਿੱਚ ਪਈਆਂ ਹਨ। ਅਸਲ ਦੇ ਵਿੱਚ ਸ਼ਬਦ ਦਾ ਆਸਰਾ ਲੈ ਕੇ ਇਹਨਾਂ ਨੂੰ ਫਾੜਨਾ ਸੀ, ਭਾਵ ਕੱਟਣਾ ਸੀ, ਅਭਾਵ ਕਰਨਾ ਸੀ। ਮਾਇਆ ਬੰਧ ਫਾਸ ਨਹੀਂ ਪਾਰੈ, ਪਰ ਇਹਨਾਂ ਨੂੰ ਪਾੜਨ ਦੀ ਥਾਂ ਤੇ, ਇਹਨਾਂ ਨੂੰ ਤੋੜਨ ਦੀ ਥਾਂ ਤੇ ਹੋਰ ਵੀ ਇਹ ਜੀਵ ਨੇ ਅਗਿਆਤ ਹੋਣੇ ਕਰਕੇ, ਜੀਵ ਪੁਣੇ ਵਿੱਚ ਲੱਗਣੇ ਕਰਕੇ ਹੋਰ ਵੀ ਜਕੜਿਆ ਜਾਣਾ ਕੀਤਾ। ਕਈ ਗੁਣਾ ਵੱਧ ਇਹਨਾਂ ਦੇ ਵਿੱਚ ਜਕੜਿਆ ਗਿਆ ਹੈ, ਕਈ ਗੁਣਾ ਵੱਧ ਇਹਨਾਂ ਦੀ ਪਕੜ ਦੇ ਵਿੱਚ ਆ ਗਿਆ ਹੈ, ਚੰਗੀ ਤਰ੍ਹਾਂ ਲਪੇਟ ਦੇ ਵਿੱਚ ਪਰਪੱਕ ਹੋ ਚੁੱਕਾ ਹੈ। ਜੋ ਆਪਣੇ ਬਲ ਦੇ ਨਾਲ ਜਾਂ ਦੁਨੀਆ ਦੇ ਕਿਸੇ ਵੀ ਸਾਧਨ ਦੇ ਨਾਲ ਕਦਾਚਿਤ ਵੀ ਇਹਨਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ। ਜਿਵੇਂ ਸਾਧ ਸੰਗਤ ਜੀ, ਕਿਸੇ ਨੂੰ ਪਾਪ ਕਰਮਾਂ ਦਾ ਬੰਧਨ ਪਿਆ ਹੈ, ਕਿਸੇ ਨੂੰ ਪੁੰਨ ਕਰਮਾਂ ਦੇ ਬੰਧਨ ਪਏ ਹੋਏ ਹਨ, ਜਿਨ੍ਹਾਂ ਕਰਕੇ ਜੀਵ ਗੁਣਾ ਜੀਵ ਦੇ ਮਨ ਵਿੱਚੋਂ ਅਭਾਵ ਨਹੀਂ ਹੁੰਦਾ। ਜਿਵੇਂ ਕਿਸੇ ਨੂੰ ਲੋਹੇ ਦੀਆਂ ਬੇੜੀਆਂ ਦੇ ਨਾਲ ਬੰਨਿਆ ਹੋਵੇ, ਦੂਜੇ ਮਨੁੱਖ ਨੂੰ ਸੋਨੇ ਦੀਆਂ ਬੇੜੀਆਂ ਦੇ ਨਾਲ ਬੰਨ੍ਹ ਦਿੱਤਾ ਜਾਵੇ, ਹੈ ਤੇ ਦੋਵੇਂ ਬੰਧਨ ਰੂਪ ਹੀ ਹੈ ਨਾ, ਹੈ ਤੇ ਦੋਵੇਂ ਜੰਜੀਰਾਂ ਹੀ ਹਨ। ਆਜ਼ਾਦ ਥੋੜਾ ਹੈ, ਉਹ ਸੁਤੰਤਰ ਥੋੜਾ ਹੈ, ਬੱਝਾ ਹੋਇਆ ਹੈ, ਕੈਦ ਦੇ ਵਿੱਚ ਬੰਦ ਹੈ। ਆਜ਼ਾਦੀ ਦੇ ਨਾਲ ਉਹ ਕਿਤੇ ਜਾ ਨਹੀਂ ਸਕਦਾ। ਇਸੇ ਪ੍ਰਕਾਰ ਕਿਸੇ ਨੂੰ ਪਾਪ ਕਰਮਾਂ ਦੀਆਂ ਜੰਜੀਰਾਂ ਨੇ ਬੱਧਾ ਹੈ, ਤੇ ਕਿਸੇ ਨੂੰ ਪੁੰਨ ਕਰਮਾਂ ਦੀਆਂ, ਪੁੰਨ ਕਰਮ ਕਰਕੇ ਹੰਕਾਰ ਹੀ ਕਰਦਾ ਰਹਿੰਦਾ। ਮੈਂ ਜੀ ਇੰਨੇ ਪੁੰਨ ਕਰਮ ਕੀਤੇ ਆ, ਮੈਂ ਇੰਨਾ ਦਾਨ ਪੁੰਨ ਕੀਤਾ। ਮਹਾਰਾਜ ਕਹਿੰਦੇ ਵੀ ਇੱਕ ਬੰਧਨ ਹੈ, ਇਹ ਵੀ ਇੱਕ ਜੰਜੀਰਾਂ ਦੀ ਤਰ੍ਹਾਂ ਬੰਧਨ ਹਨ। ਔਰ ਹਜੂਰ ਨੇ ਬਖਸ਼ਿਸ਼ ਕੀਤੀ ਹੈ। ਗਰੀਬ ਨਵਾਜ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਮਾਇਆ ਫਾਸ ਬੰਧ ਨਹੀਂ ਫਾਰੈ। ਇਹਨਾਂ ਨੂੰ ਫਾੜਨਾ ਸੀ, ਭਾਵ ਤੋੜਨਾ ਸੀਗਾ ਸ਼ਬਦ ਦਾ ਆਸਰਾ ਲੈ ਕੇ, ਪਰ ਮਾਇਆ ਦੇ ਬੰਧਨਾਂ ਨੂੰ ਇਹ ਜੀਵ ਨੇ ਜੀਵ ਪੁਣੇ ਵਿੱਚ ਪੈਣੇ ਕਰਕੇ ਤੋੜਿਆ ਨਹੀਂ ਹੈ। ਆਰ ਮਨ ਸੁਨ ਨਾ ਲੁਕੇ। ਇਸੇ ਕਰਕੇ ਹੀ ਜੀਵ ਦਾ ਮਨ ਅਫੁਰ ਸਮਾਧੀ ਦੇ ਵਿੱਚ ਲੁਕਿਆ ਨਹੀਂ, ਛਿਪਿਆ ਨਹੀਂ, ਭਾਵ ਟਿਕਿਆ ਨਹੀਂ ਹੈ। ਸੰਸਾਰ ਤੋਂ ਓਹਲੇ ਹੋ ਕਰਕੇ, ਇਸੇ ਕਰਕੇ ਹੀ ਜੀਵ ਦਾ ਮਨ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਨਹੀਂ ਹੈ। ਸੁਨ ਕਹਿੰਦੇ ਨੇ ਅਫੁਰ ਸਮਾਧੀ ਨੂੰ। ਜਿੱਥੇ ਸਾਧ ਸੰਗਤ ਜੀ ਕੋਈ ਵੀ ਮਨ ਵਿੱਚ ਫੁਰਨਾ ਨਹੀਂ ਫੁਰਦਾ, ਨਹੀਂ ਤਾਂ ਜੀਵ ਦੇ ਹਿਰਦੇ ਰੂਪ ਸਮੁੰਦਰ ਦੇ ਵਿੱਚ ਅਣਗਿਣਤ ਹੀ ਮਣਾ ਭਾਰ ਪਾਣੀ ਦੀ ਤਰ੍ਹਾਂ ਫੁਰਨੇ ਜਿਹੜੇ ਆਉਂਦੇ ਰਹਿੰਦੇ ਹਨ। ਪਤਾ ਨਹੀਂ ਕਿੰਨੀਆਂ ਕੁ ਲੋਭ ਦੀਆਂ ਲਹਿਰਾਂ ਉੱਠਦੀਆਂ ਨੇ, ਕਿੰਨੀਆਂ ਕੁ ਆਸਾ ਤ੍ਰਿਸ਼ਨਾ ਦੀਆਂ ਤਰੰਗਾਂ ਉੱਠਦੀਆਂ ਨੇ, ਕਿੰਨੇ ਕੁ ਵਿਕਾਰਾਂ ਨੂੰ ਵੀ ਇਸ ਨੇ ਮਗਰਮੱਛ ਆਪਣੇ ਹਿਰਦੇ ਅੰਦਰ ਹੀ ਧਾਰਨ ਕੀਤੇ ਹੋਏ। ਹਿਰਦੇ ਰੂਪ ਸਮੁੰਦਰ ਦੇ ਸਾਰਾ ਕੁਝ ਇਹਦੇ ਅੰਦਰ ਹੀ ਪਰਮਾਤਮਾ ਨੇ ਭਰਿਆ ਹੋਇਆ ਹੈ। ਗਰੀਬ ਨਵਾਜ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਕਹਿੰਦੇ ਹਨ, ਅਰ ਮਨ ਸੁਨ ਸਮਾਨਾ। ਕਹਿੰਦੇ ਹਨ ਕਿ ਇਸੇ ਕਰਕੇ ਹੀ ਇਹ ਜੀਵ ਦਾ ਜਿਹੜਾ ਮਨ ਹੈ ਅਫੁਰ ਸਮਾਧੀ ਦੇ ਵੀ ਸਮਾਉਂਦਾ ਨਹੀਂ ਹੈ, ਛਿਪਦਾ ਨਹੀਂ ਹੈ। ਇਸੇ ਕਰਕੇ ਹੀ ਮਹਾਰਾਜ ਕਹਿੰਦੇ ਦਾ ਕਾਰਨ ਇਹੋ ਹੀ ਹੈ ਕਿ ਜੀਵ ਪੁਣਾ ਛੱਡਦਾ ਨਹੀਂ ਹੈ, ਹਰ ਸਮੇਂ ਹੰਕਾਰ ਹੀ ਕਰਦਾ ਰਹਿੰਦਾ ਹੈ। ਭਾਵੇਂ ਕੋਈ ਚੰਗਾ ਕਰਮ ਵੀ ਕਰਦਾ ਹੈ, ਉਹਦਾ ਵੀ ਮਨ ਵਿੱਚ ਮਾਣ ਕਰਦਾ, ਹੰਕਾਰ ਕਰਦਾ। ਹਜੂਰ ਕਹਿੰਦੇ ਅਰ ਮਨ ਸੁਨ ਨਾ ਲੁਕੇ। ਇਸੇ ਕਰਕੇ ਹੀ ਇਹ ਮਨ ਨਿਰਵਿਕਲਪ ਸਮਾਧੀ ਦੇ ਵਿੱਚ ਲੁਕਦਾ ਨਹੀਂ ਹੈ, ਛਿਪਦਾ ਨਹੀਂ ਹੈ। ਨਹੀਂ ਤਾਂ ਇਹ ਜੀਵ ਦਾ ਜਿਹੜਾ ਮਨ ਹੈ ਸੰਸਾਰ ਤੋਂ ਓਹਲੇ ਹੋ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਕੇ ਲੁਕ ਜਾਂਦਾ ਹੈ, ਜਾ ਕੇ ਮਿਲ ਜਾਂਦਾ ਹੈ। ਸੰਸਾਰ ਤੋਂ ਉਪਰਾਮ ਹੋ ਕੇ ਇਹ ਸੰਸਾਰ ਰੂਪੀ ਦੇਸ਼ ਨੂੰ ਛੱਡ ਕੇ ਪਰਲੋਕ ਰੂਪੀ ਪਰਦੇਸ ਵਿੱਚ ਜਾ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਹਰ ਸਮੇਂ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਹੀ ਛਿਪਿਆ ਰਹਿੰਦਾ ਹੈ। ਸੰਸਾਰ ਤੋਂ ਅਭਾਵ ਹੋ ਜਾਂਦਾ ਹੈ, ਪਰ ਮਹਾਰਾਜ ਕਹਿੰਦੇ ਜੀਵਪੁਣਾ ਹੋਣੇ ਕਰਕੇ ਨਿਰਵਿਕਲਪ ਸਮਾਧੀ ਦੇ ਵਿੱਚ ਵੀ ਇਹ ਮਨ ਛਿਪ ਨਹੀਂ ਸਕਦਾ। ਆਪਾ ਪਦ ਨਿਰਵਾਣ ਨਾ ਚੀਨਿਆ। ਤੇ ਫਿਰ ਬੇਨਤੀ ਕੀਤੀ ਹੈ, ਹੇ ਮਹਾਰਾਜ ਇਹਦਾ ਕਾਰਨ ਕੀ ਹੈ? ਕਿਉਂ ਨਹੀਂ ਇਸ ਮਨ ਨੇ ਨਿਰਵਿਕਲਪ ਸਮਾਧੀ ਵਿੱਚ ਲੀਨ ਹੋਣਾ ਕੀਤਾ? ਕਿਉਂ ਨਹੀਂ ਸੁਨ ਸਮਾਧ ਦੇ ਵਿੱਚ ਇਸ ਮਨ ਨੇ ਟਿਕਣਾ ਕੀਤਾ?
ਕਹਿੰਦੇ ਹਨ ਆਪਾ ਪਦ ਨਿਰਵਾਣ ਨਹੀਂ ਚੀਨਿਆ। ਚੀਨੀਆਂ ਕਹਿੰਦੇ ਨੇ ਪਹਿਚਾਨਣ ਨੂੰ, ਜਾਣਨ ਨੂੰ। ਆਪਾ ਪਦ ਜਿਹੜੀ ਨਿਰਵਾਣ ਪਦਵੀ ਹੈ ਨਾ, ਬੰਧਨਾਂ ਤੋਂ ਰਹਿਤ ਵਾਹਿਗੁਰੂ ਜੀ ਦਾ ਬਖਸ਼ਿਆ ਹੋਇਆ ਸਵੈ ਸਰੂਪ ਹੈ, ਉਸ ਦੀ ਪਹਿਚਾਣ ਨਹੀਂ ਕੀਤੀ। ਇਸੇ ਕਰਕੇ ਇਹ ਅਪੁਰ ਸਮਾਧੀ ਦੇ ਵਿੱਚ ਸੁਣ ਨਹੀਂ ਹੁੰਦਾ। ਇਸੇ ਕਰਕੇ ਇਹ ਮਨ ਕਦੇ ਚੰਗੇ ਤੇ ਕਦੇ ਮੰਦੇ ਫੁਰਨਿਆਂ ਦਾ ਸ਼ਿਕਾਰ ਹੋਇਆ ਰਹਿੰਦਾ, ਕਦੇ ਸੰਕਲਪ ਕਦੇ ਵਿਕਲਪਾਂ ਦੇ ਵਿੱਚ ਹਰ ਸਮੇਂ ਰੁੜਿਆ ਰਹਿੰਦਾ ਹੈ। ਮਨ ਦੀ ਅਜਿਹੀ ਹਾਲਤ ਹੈ। ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ, ਹੇ ਪ੍ਰਾਣਾ ਧਾਰੀ ਜੀਵ, ਆਪਾ ਪਦ ਨਿਰਵਾਣ ਨਾ ਚੀਨਿਆ। ਨਿਰਵਾਣ ਪਦਵੀ ਨੂੰ ਤਾਂ ਇਸਨੇ ਜਾਣਿਆ ਨਹੀਂ ਹੈ ਕਿ ਬੰਧਨਾਂ ਤੋਂ ਰਹਿਤ ਮੇਰੀ ਸਰੂਪ ਰੂਪੀ ਪਦਵੀ ਹੈ, ਜੋ ਵਾਹਿਗੁਰੂ ਜੀ ਨੇ ਮੈਨੂੰ ਆਤਮਾ, ਜੋ ਆਤਮਿਕ ਸਰੂਪ ਬਖਸ਼ਿਸ਼ ਕੀਤਾ ਹੈ। ਆਤਮ ਵਿਸ਼ਵਾਸੀ ਬਣਨਾ ਸੀ, ਪਰ ਇਹ ਸੰਸਾਰ ਦਾ ਵਿਸ਼ਵਾਸੀ ਬਣੀ ਬੈਠਾ ਹੈ। ਸੰਸਾਰ ਤੇ ਵਿਸ਼ਵਾਸ ਕਰਦਾ ਹੈ, ਪਰ ਆਪਣੀ ਆਤਮਾ ਤੇ ਵਿਸ਼ਵਾਸ ਨਹੀਂ ਕਰਦਾ। ਸੰਸਾਰ ਨੂੰ ਸੱਤ ਮੰਨਦਾ ਹੈ, ਆਤਮਾ ਨੂੰ ਅਸੱਤ ਮੰਨਦਾ ਹੈ। ਅਸਲ ਦੇ ਵਿੱਚ ਮਹਾਰਾਜ ਕਹਿੰਦੇ ਹਨ, ਆਤਮਾ ਅਮਰ ਹੈ, ਸੱਤ ਹੈ, ਸੰਸਾਰ ਅਸੱਤ ਹੈ, ਪਰ ਬੇਸਮਝ ਹੋਣੇ ਕਰਕੇ ਜੀਵ ਉਲਟਾ ਚੱਲਦਾ ਹੈ। ਬੇਗਿਆਤ ਹੋਣੇ ਕਰਕੇ, ਅਗਿਆਨੀ ਹੋਣੇ ਕਰਕੇ, ਅਗਿਆਨ ਦਾ ਸ਼ਿਕਾਰ ਹੋਣੇ ਕਰਕੇ ਸੰਸਾਰ ਤੇ ਸ਼ੱਕ ਨਹੀਂ ਕਰਦਾ, ਆਪਣੀ ਆਤਮਾ ਆਪਣੇ ਸਰੂਪ ਤੇ ਸ਼ੱਕ ਕਰੀ ਜਾਂਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਕਹਿੰਦੇ ਹਨ, ਹੇ ਪ੍ਰਾਣ ਧਾਰੀ ਜੀਵ, ਇਸੇ ਕਰਕੇ ਹੀ ਇਹ ਜੀਵ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਨਹੀਂ ਹੋ ਸਕਦਾ। ਆਪਣੇ ਸ੍ਰੈ ਸਰੂਪ ਨੂੰ ਪਹਿਚਾਨਣ ਤੋਂ ਬਿਨਾਂ, ਜਿਵੇਂ ਮਹਾਰਾਜ ਜੀ ਨੇ ਗੁਰਮਤਿ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਗੁਰਬਾਣੀ ਅੰਦਰ, ਹੇ ਮਨਾ ਤੂੰ ਪ੍ਰਮਾਤਮਾ ਦੀ ਅੰਸ਼ ਹੈ। ਕਿਤੇ ਸੰਸਾਰ ਦੇ ਅੰਦਰ ਐਵੇਂ ਸਰੀਰਾਂ ਦੇ ਮੋਹ ਤੇ ਕਦੇ ਪਦਾਰਥਾਂ ਦੀ ਮਮਤਾ ਦੇ ਵਿੱਚ ਲੱਗਾ ਰਹਿੰਦਾ, ਐਵੇਂ ਵਿਸ਼ੇ ਸੁੱਖਾਂ ਨੂੰ ਮਾਨਣ ਦੇ ਵਿੱਚ ਲੱਗਾ ਰਹਿੰਦਾ, ਸੰਸਾਰ ਦੇ ਬੰਧਨਾਂ ਵਿੱਚ ਪਿਆ ਹੋਇਆ ਦਰ ਦਰ ਤੇ ਠੋਕਰਾਂ ਖਾਂਦਾ ਰਹਿੰਦਾ ਹੈ। ਤੂੰ ਸਵੈ ਸਰੂਪ ਦੀ ਪ੍ਰਾਪਤੀ ਕਰਕੇ ਗੁਰਮਤਿ ਦੁਆਰਾ ਕਿਉਂ ਨਹੀਂ ਵਾਹਿਗੁਰੂ ਜੀ ਦੇ ਸਰੂਪ ਦਾ ਆਨੰਦ ਮਾਣਦਾ? ਹੇ ਮਨਾ ਤੂੰ ਪ੍ਰਮਾਤਮਾ ਦੀ ਅੰਸ਼ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੇ ਮਨਾ ਤੂੰ ਆਪਣੇ ਮੂਲ ਸਰੂਪ ਦੀ ਪਹਿਚਾਣ ਕਰ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤਿ ਰੰਗ ਮਾਣ। ਹੇ ਮਨਾ ਉਹ ਵਾਹਿਗੁਰੂ ਸਦਾ ਹੀ ਤੇਰੇ ਨਾਲ ਵਸਦਾ, ਜਿਸ ਨੂੰ ਤੂੰ ਆਪਣੇ ਤੋਂ ਬਹੁਤ ਦੂਰ ਸਮਝੀ ਬੈਠਾ ਹੈ ਜੋਤ ਰੂਪ ਹੋ ਕਰਕੇ ਤੇਰੇ ਅੰਦਰ ਹੀ ਪ੍ਰਕਾਸ਼ ਕਰ ਰਿਹਾ ਹੈ, ਪਰ ਤੇਰੀ ਮੱਤ ਤੇ ਹਉਮੈ ਦਾ ਪੜਦਾ ਪੈਣੇ ਕਰਕੇ, ਮੱਤ ਦੇ ਭਰਮਾਂ ਦੇ ਪੜਦੇ ਪੈਣੇ ਕਰਕੇ ਤੂੰ ਪਰਮਾਤਮਾ ਨੂੰ ਦੂਰ ਤੈਨੂੰ ਪ੍ਰਤੀਤ ਹੁੰਦਾ ਪਿਆ ਕਿ ਵਾਹਿਗੁਰੂ ਮੇਰੇ ਤੋਂ ਬਹੁਤ ਦੂਰੀ ਤੇ ਹੈ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਆਪਾ ਪਦ ਨਿਰਵਾਣ ਨਾ ਚੀਨਿਆ। ਹੇ ਜੀਵ, ਇਸ ਨੇ ਜੀਵਪੁਣੇ ਵਿੱਚ ਲੱਗਣੇ ਕਰਕੇ ਜੋ ਨਿਰਵਾਣ ਬੰਧਨਾਂ ਤੋਂ ਰਹਿਤ ਪਦਵੀ ਹੈ, ਸਵੈ ਸਰੂਪ ਨੂੰ ਜਾਣਨਾ ਨਹੀਂ ਕੀਤਾ। ਇਨ ਵਿਦ ਆਪਿਓ ਨਾ ਚੁਕੈ। ਆਪਿਓ ਨੇ ਆਪਿਓ ਉਚਾਰਨ ਕਰਨਾ ਹੈ, ਭੱਬੇ ਦੇ ਸਹਿਤ ਹੈ। ਇਨ ਵਿਦ ਆਪਿਓ ਨਾ ਚੁਕੇ। ਮਹਾਰਾਜ ਕਹਿੰਦੇ ਹਨ, ਇਸੇ ਕਾਰਨ ਕਰਕੇ ਹੀ ਜੀਵ ਦੇ ਮਨ ਵਿੱਚੋਂ ਆਪਿਓ ਸ਼ੰਕੇ ਨਹੀਂ ਚੁੱਕਦੇ। ਤੇ ਜਦੋਂ ਤੱਕ ਸਾਧ ਸੰਗਤ ਜੀ ਮਨੁੱਖ ਦਾ ਮਨ ਸ਼ੰਕਾ ਧਾਰੀ ਰਹਿੰਦਾ ਹੈ, ਹਰ ਸਮੇਂ ਸ਼ੰਕਿਆਂ ਦੇ ਵਿੱਚ ਹੀ ਗਰਸਿਆ ਰਹਿੰਦਾ ਹੈ, ਉਦੋਂ ਤੱਕ ਵੀ ਹਿਰਦਾ ਕਦੇ ਸ਼ੁੱਧ ਨਹੀਂ ਹੋ ਸਕਦਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਦੇ ਮੁਖ ਵਾਕ ਪੜ੍ਹਦੇ ਹਨ ਆਨੰਦ ਸਾਹਿਬ ਪਾਵਨ ਬਾਣੀ ਅੰਦਰ, ਸਹਿ ਸਹਿ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਹਾਰਾਜ ਕਹਿੰਦੇ ਸਹਿ ਸਹਿ ਸ਼ੰਕਿਆਂ ਦੇ ਕਰਕੇ ਤਾਂ ਮਹਾਰਾਜ ਸਾਡਾ ਮਨ ਮਲੀਨ ਹੈ, ਹਿਰਦਾ ਅਸ਼ੁੱਧ ਹੈ, ਨਿਰਮਲ ਨਹੀਂ ਹੋ ਸਕਦਾ। ਤੇ ਜੇ ਹਿਰਦਾ ਸ਼ੁੱਧ ਨਹੀਂ ਹੈ ਤੇ ਸ਼ੁੱਧ ਸਰੂਪ ਪਰਮਾਤਮਾ ਨੂੰ ਭਲਾ ਕਿਵੇਂ ਪਾ ਸਕੇਗਾ? ਨਾਮੁਮਕਿਨ ਹੈ। ਸਹਿ ਸਹਿ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਪਹਿਲਾਂ ਸਵਾਲ ਵਜੋਂ ਬੇਨਤੀ ਕੀਤੀ ਹੈ, ਫਿਰ ਕਹਿੰਦੇ ਮਨ ਧੋਵਹੁ ਸ਼ਬਦ ਲਾਗਹੁ, ਹਰਿ ਸਿਉ ਰਹਹੁ ਚਿਤ ਲਾਏ। ਹੇ ਮਨਾ, ਤੂੰ ਤਾਂ ਸ਼ੁੱਧ ਹੋ ਸਕਦਾ ਹੈ। ਹੇ ਪ੍ਰਾਣਾ ਧਾਰੀ ਜੀਵ, ਨਾਮ ਰੂਪ ਜਲ ਦੁਆਰਾ, ਸ਼ਬਦ ਰੂਪ ਜਲ ਦੁਆਰਾ ਆਪਣੇ ਹਿਰਦੇ ਨੂੰ ਸ਼ੁੱਧ ਕਰ ਸਕਦਾ ਹੈ, ਜੇ ਸ਼ਬਦ ਦਾ ਆਸਰਾ ਲਵੇ ਤਾਂ। ਮੁਖ ਤੋਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸ਼ਬਦ ਉਚਾਰਨ ਕਰੇ, ਸ਼ਬਦ ਦਾ ਆਸਰਾ ਲੈ ਕੇ ਹੀ ਹਿਰਦੇ ਨੂੰ ਸ਼ੰਕਿਆਂ ਤੋਂ ਰਹਿਤ ਕੀਤਾ ਜਾ ਸਕਦਾ ਹੈ।
ਨਹੀਂ ਤਾਂ ਸ਼ੰਕਿਆਂ ਕਰਕੇ ਹਿਰਦਾ ਮਲੀਨ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇਨ ਵਿਦ ਆਪਿਓ ਨਾ ਚੂਕੇ। ਇਹਨਾਂ ਵਿਧਾਂ ਕਰਕੇ, ਜੀਵ ਦੇ ਜੀਵਪੁਣਾ ਹੋਣੇ ਕਰਕੇ, ਮਨ ਅੰਦਰ ਹੰਕਾਰ ਹੋਣੇ ਕਰਕੇ, ਸਵੈ ਸਰੂਪ ਦੀ ਪ੍ਰਾਪਤੀ ਨਾ ਕਰਨੇ ਕਰਕੇ ਮਨ ਵਿੱਚੋਂ ਸ਼ੰਕੇ ਵੀ ਕਦੇ ਮਿਟਦੇ ਨਹੀਂ ਹਨ। ਔਰ ਇਨ ਵਿਦ ਆਪ ਭਿਓ ਨਾ ਚੂਕੇ। ਮਹਾਰਾਜ ਕਹਿੰਦੇ ਵਿਸ਼ੇਸ਼ ਕਰਕੇ ਭਿਓ ਜਿਹੜੇ ਭੈ ਬਣੇ ਹੋਏ ਨਾ ਮਨ ਦੇ ਅੰਦਰ, ਡਰ ਬਣੇ ਹੋਏ ਨੇ ਮਨ ਦੇ ਅੰਦਰ, ਉਹ ਵੀ ਚੁੱਕਦੇ ਨਹੀਂ ਹਨ। ਉਹ ਚੁੱਕੇ ਨਹੀਂ ਜਾਂਦੇ, ਅਭਾਵ ਨਹੀਂ ਹੁੰਦੇ। ਜਿਸ ਕਰਕੇ ਜੀਵ ਹਰ ਸਮੇਂ ਡਰਦਾ ਰਹਿੰਦਾ ਹੈ, ਹਰ ਸਮੇਂ ਮੌਤ ਤੋਂ ਵੀ ਡਰਦਾ ਰਹਿੰਦਾ ਹੈ, ਹਰ ਸਮੇਂ ਤਪਕਦਾ ਹੀ ਰਹਿੰਦਾ ਹੈ। ਕਹੀ ਨਾ ਉਪਜੈ ਉਪਜੀ ਜਾਣੈ। ਫਿਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਹਜੂਰ ਦੇ ਚਰਨਾਂ ਵਿੱਚ ਬੇਨਤੀ ਕਰਕੇ ਪੁੱਛਿਆ ਸੀ ਨਾ ਕਿ ਸੰਸਾਰ ਦੇ ਅੰਦਰ ਜੀਵਪੁਣਾ ਕਿਉਂ ਪਰਮਾਤਮਾ ਨੇ ਪਾਇਆ, ਕਹਿੰਦੇ ਹਨ ਕਹੀ ਨਾ ਉਪਜੈ ਉਪਜੀ ਜਾਣੈ। ਇਹ ਤਾਂ ਜੀਵ ਕਿਤੇ ਵੀ ਉਪਜਿਆ ਪੈਦਾ ਨਹੀਂ ਹੋਇਆ, ਭਾਵ ਆਪਣੇ ਬਲ ਦੇ ਨਾਲ ਥੋੜਾ ਕੁ ਪੈਦਾ ਹੋਇਆ, ਪਰਮਾਤਮਾ ਦੀ ਚੇਤਨਤਾ ਸ਼ਕਤੀ ਕਰਕੇ ਹੈ। ਪਰਮਾਤਮਾ ਦਾ ਭੇਜਿਆ ਹੋਇਆ ਜੀਵ ਸੰਸਾਰ ਵਿੱਚ ਆਉਂਦਾ ਹੈ। ਜਦੋਂ ਹੁਕਮ ਆਉਂਦਾ ਹੈ ਉਦੋਂ ਸੰਸਾਰ ਤੋਂ ਇਹ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਚਲਾ ਜਾਂਦਾ ਹੈ। ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਜਦੋਂ ਸੱਦਾ ਆ ਜਾਂਦਾ ਤੇ ਉੱਠ ਕੇ ਚਲਾ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਹੀ ਨਾ ਉਪਜੈ ਉਪਜੀ ਜਾਣੈ। ਉਪਜਿਆ ਨਹੀਂ ਹੈ ਕਿਤੇ ਵੀ ਆਪਣੇ ਬਲ ਦੇ ਨਾਲ, ਪਰ ਜੀਵ ਪੁਣੀ ਕਰਕੇ ਹੰਕਾਰ ਕਰਕੇ ਕਹਿੰਦਾ ਹੈ ਉਪਜੀ ਜਾਣੈ। ਇਹ ਜਾਣਦਾ ਕਿ ਮੈਂ ਪੈਦਾ ਹੋਇਆ ਸੰਸਾਰ ਅੰਦਰ, ਮੈਂ ਕਰਦਾ, ਮੈਂ ਇਹ ਮਨ ਦੇ ਵਿੱਚ ਹੰਕਾਰ ਹੀ ਕਰਦਾ ਰਹਿੰਦਾ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਹੀ ਨਾ ਉਪਜੈ ਉਪਜੀ ਜਾਣੈ। ਇਹੋ ਕਹਿੰਦੇ ਹਨ ਜੀਵ ਪੁਣੇ ਕਰਕੇ ਬਾਰ-ਬਾਰ ਜੀਵ ਸੰਸਾਰ ਦੇ ਅੰਦਰ ਆਪਣੇ ਆਪ ਨੂੰ ਜਨਮਿਆ ਸਮਝਦਾ ਹੈ, ਬਹੁਤ ਯਤਨ ਕਰਦਾ ਹੈ, ਬਹੁਤਾ ਮਨ ਵਿੱਚ ਹੰਕਾਰ ਤੇ ਮਾਣ ਹੀ ਕਰਦਾ ਹੈ। ਭਾਵ ਅਭਾਵ ਵਿਹੂਣਾ। ਪਰ ਜੋ ਸੰਸਾਰ ਦੇ ਅੰਦਰ ਭਾਵ ਹੈ ਔਰ ਜੋ ਅਭਾਵ ਹੈ, ਇਸ ਗਿਆਨ ਤੋਂ ਵਿਹੂਣਾ ਹੈ। ਸਤ ਕੀ ਹੈ ਅਤੇ ਅਸਤ ਕੀ ਹੈ, ਇਹਦੀ ਤੋਂ ਮਹਾਰਾਜ ਕਹਿੰਦੇ ਜੀਵ ਬੇਸਮਝ ਹੈ, ਬੇਗਿਆਤ ਹੈ। ਕਿ ਸੰਸਾਰ ਦੇ ਅੰਦਰ ਜੋ ਪਰਮਾਤਮਾ ਨੇ ਮੌਤ ਅਟਲ ਸੱਚਾਈ ਲਿਖੀ ਹੈ ਕਿ ਮਰਨਾ ਪਹਿਲਾਂ ਇਹ ਜੀਵ ਪਰਮਾਤਮਾ ਦੇ ਦਰ ਤੇ ਲਿਖਾ ਕੇ ਫਿਰ ਸੰਸਾਰ ਦੇ ਅੰਦਰ ਜਨਮਦਾ ਹੈ। ਮਹਾਰਾਜ ਕਹਿੰਦੇ ਇਸ ਤੱਤ ਤੋਂ ਵੀ ਇਹ ਜੀਵ ਬੇਗਿਆਤ ਹੈ। ਔਰ ਸੰਸਾਰ ਦੇ ਅੰਦਰ ਮਰਨਾ ਤੇ ਜੀਵਾਂ ਦਾ ਜਨਮ ਹੋਣਾ, ਹਜੂਰ ਕਹਿੰਦੇ ਹਨ ਇਹਨਾਂ ਦੋਵਾਂ ਤੋਂ ਇਹ ਜੀਵ ਬੇਗਿਆਤ ਹੈ। ਸਮਝ ਹੀ ਨਹੀਂ ਹੈ ਕਿ ਕਿਵੇਂ ਸੰਸਾਰ ਦਾ ਜਨਮ ਹੋ ਰਿਹਾ ਹੈ ਔਰ ਕਿਵੇਂ ਜੀਵਾਂ ਦਾ ਮਰਨ ਹੋ ਰਿਹਾ ਹੈ। ਕਿਸ ਕਾਰਨ ਕਰਕੇ ਜਨਮ ਹੁੰਦਾ ਹੈ, ਕਿਸ ਕਾਰਨ ਕਰਕੇ ਬਾਰ-ਬਾਰ ਮੌਤ ਹੁੰਦੀ ਹੈ। ਹਜੂਰ ਕਹਿੰਦੇ ਇਸ ਤੱਤ ਤੋਂ ਇਹ ਜੀਵ ਬੇਸਮਝ ਹੈ, ਕੋਈ ਪਤਾ ਨਹੀਂ ਹੈ। ਔਰ ਹਜੂਰ ਨੇ ਭਗਤ ਰਸਨਾ ਦੁਆਰਾ ਇਹ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਭਾਵ ਅਭਾਵ ਵਿਹੂਣਾ। ਇਹ ਜੀਵ ਨਿਸ਼ਚੈ ਕਰਕੇ ਜਾਣ ਜਿਹੜੀ ਸੱਚੀ ਭਾਵਨਾ ਹੈ ਨਾ, ਉਹਦੇ ਤੋਂ ਇਹ ਜੀਵ ਹੀਣਾ ਹੈ। ਜਿਸ ਕਰਕੇ ਜਿਹੜੀ ਸੰਸਾਰ ਦੇ ਅੰਦਰ ਝੂਠੀ ਸ਼ਰਧਾ ਧਾਰਨ ਕਰਨੀ ਹੈ ਔਰ ਇਸੇ ਪ੍ਰਕਾਰ ਭਾਵ ਭਾਵਨਾ ਬਣਾਉਣੀ ਹੈ, ਤੇ ਅਭਾਵ ਜਿਹੜੀ ਮੰਦੀ ਭਾਵਨਾ ਸੰਸਾਰ ਦੇ ਅੰਦਰ ਝੂਠੇ ਪਦਾਰਥਾਂ ਤੇ ਭਾਵਨਾ ਬਣਾਈ ਜਾਣੀ, ਝੂਠੇ ਸਰੀਰਾਂ ਤੇ ਮਨ ਦੇ ਵਿੱਚ ਭਾਵਨਾ ਬਣਾਈ ਜਾਣੀ। ਹਜੂਰ ਕਹਿੰਦੇ ਇਹਦੇ ਤੋਂ ਜੀਵ ਵਿਹੂਣਾ ਹੈ, ਬੇਸਮਝ ਹੈ, ਕੋਈ ਸਮਝ ਨਹੀਂ ਹੈ। ਔਰ ਇਸੇ ਪ੍ਰਕਾਰ ਭਾਵ ਅਭਾਵ ਵਿਹੂਣਾ। ਮਹਾਰਾਜ ਕਹਿੰਦੇ ਕਿ ਜਿਹੜੇ ਜੀਵ ਦੇ ਮਨ ਦੇ ਅੰਦਰ ਚੰਗੇ ਅਤੇ ਮੰਦੇ ਖਿਆਲ, ਚੰਗੇ ਤੇ ਮੰਦੇ ਫੁਰਨੇ ਜਿਹੜੇ ਫੁਰ ਰਹੇ ਹਨ, ਸਫੁਰਨ ਹੋ ਰਹੇ ਹਨ। ਚੰਗੇ ਮੰਦਿਆਂ ਨੂੰ ਕਿਵੇਂ ਹਿਰਦੇ ਵਿੱਚ ਟਿਕਾ ਕੇ ਰੱਖਣਾ ਤੇ ਮੰਦੇ ਫੁਰਨਿਆਂ ਨੂੰ ਕਿਵੇਂ ਅਭਾਵ ਕਰਨਾ, ਇਹਦੇ ਤੋਂ ਵੀ ਵਿਹੂਣਾ ਹੈ। ਸ਼ੁਭ ਗੁਣਾਂ ਨੂੰ ਕਿਵੇਂ ਮਨ ਵਿੱਚ ਭਾਵਨਾ ਬਣਾ ਕੇ ਬਰਕਰਾਰ ਰੱਖਣਾ, ਔਗੁਣਾਂ ਦਾ ਕਿਵੇਂ ਤਿਆਗ ਕਰਨਾ, ਇਹਦੇ ਤੋਂ ਵਿਹੂਣਾ ਹੈ, ਬੇਸਮਝ ਹੈ। ਕੋਈ ਸਮਝ ਨਹੀਂ ਹੈ ਜੀਵ ਦੇ ਮਨ ਅੰਦਰ। ਭਾਵ ਅਭਾਵ ਵਿਹੂਣਾ। ਮਹਾਰਾਜ ਕਹਿੰਦੇ ਹਨ ਕਿ ਮੰਦੇ ਸੁਭਾਅ ਨੂੰ ਅਭਾਵ ਕਰਨਾ, ਚੰਗੇ ਸੁਭਾਅ ਨੂੰ ਭਾਵਨਾ ਕਰਕੇ ਹਿਰਦੇ ਦੇ ਅੰਦਰ ਟਿਕਾਉਣਾ, ਇਹ ਸਾਰੇ ਖਿਆਲਾਂ ਤੋਂ ਵਿਚਾਰਾਂ ਤੋਂ ਵਿਹੂਣਾ ਹੈ। ਕੋਈ ਸਮਝ ਨਹੀਂ ਇਸ ਜੀਵ ਅੰਦਰ। ਉਦੈ ਅਸਤ ਕੀ ਮਨ ਬੁੱਧ ਨਾਸੀ। ਤੇ ਮਹਾਰਾਜ ਫਿਰ ਕੋਈ ਨਾ ਕੋਈ ਤਾਂ ਢੰਗ ਤਰੀਕਾ ਹੋਵੇਗਾ ਹੀ।
हे ਗਰੀਬ ਨਵਾਜ, ਸਤਿਗੁਰੂ ਜੀ ਕਿਰਪਾ ਕਰਕੇ ਕੋਈ ਜੁਗਤੀ ਦੱਸੋ। ਭਗਤ ਰਾਮਾਨੰਦ ਜੀ ਨੇ ਫਿਰ ਅੱਗੋਂ ਉਪਦੇਸ਼ ਦਿੱਤਾ ਹੈ। ਕਹਿੰਦੇ ਉਹਦਾ ਅਸਤ ਕੀ ਮਨ ਬੁੱਧ ਨਾਸੀ। ਉਹਦਾ ਕਹਿੰਦੇ ਨੇ ਪ੍ਰਗਟ ਹੋਣ ਨੂੰ ਤੇ ਅਸਤ ਕਹਿੰਦੇ ਨੇ ਛਿਪਣ ਨੂੰ। ਸੂਰਜ ਦੇ ਉਦੈ ਹੋਣੇ ਤੋਂ ਛਿਪਣ ਤੱਕ, ਸੂਰਜ ਚੜ੍ਹੇ ਤੋਂ ਛਿਪਣ ਤੱਕ ਭਾਵ ਸਵੇਰ ਤੋਂ ਲੈ ਕੇ ਸ਼ਾਮ ਦੇ ਸਮੇਂ ਤੱਕ ਜਿਹੜੀ ਮਨ ਦੇ ਅੰਦਰ ਜਿਹੜੀ ਮਲੀਨ ਬੁੱਧੀ ਹੈ ਨਾ ਮਨੁੱਖ ਦੇ ਅੰਦਰ, ਜਿਹੜੀ ਪਦਾਰਥਾਂ ਦੀ ਹਰ ਸਮੇਂ ਪਕੜ ਕਰਦੀ ਰਹਿੰਦੀ ਹੈ, ਸੰਸਾਰ ਦੀ ਪਕੜ ਵਿੱਚ ਲੱਗੀ ਰਹਿੰਦੀ ਹੈ, ਪਰਮਾਤਮਾ ਦੇ ਸਰੂਪ ਦੀ ਅਥਵਾ ਸ਼ਬਦ ਦੀ ਕਦੇ ਵੀ ਪਕੜ ਨਹੀਂ ਕਰਦੀ, ਐਸੀ ਮੰਦੀ ਬੁੱਧ ਜੇਕਰ ਨਾਸ਼ ਹੋ ਜਾਂਦੀ ਹੈ ਤਾਉ ਸਦਾ ਸਹਿਜ ਲਿਵ ਲੀਣਾ। ਤਾਂ ਫਿਰ ਸਦੀਵੀ ਕਾਲ ਵਾਸਤੇ ਸਹਿਜ ਵਾਹਿਗੁਰੂ ਜੀ ਦੇ ਅਡੋਲ ਸਰੂਪ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ। ਕਿਵੇਂ? ਜੇ ਮੰਦੀ ਬੁੱਧ ਦਾ ਨਾਸ਼ ਹੋ ਜਾਂਦਾ ਹੈ, ਮੰਦੀ ਬੁੱਧ ਵਾਲਾ ਜਿਹੜਾ ਸੁਭਾਅ, ਮੰਦੀ ਬੁੱਧ ਦੀ ਨਿਵਰਤੀ ਹੋ ਜਾਂਦੀ ਹੈ, ਆਤਮ ਸ਼ੈਣੀ ਬੁੱਧੀ ਨੂੰ ਧਾਰਨ ਕਰ ਲੈਂਦਾ ਹੈ। ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ। ਉਦੈ ਅਸਤ ਕੀ ਮਨ ਬੁੱਧ ਨਾਸੀ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, हे ਪ੍ਰਾਣਾ ਤਾਰੀ ਜੀਵਾ, ਉਦੈ ਤੇਰੇ ਜੰਮਣ ਤੋਂ ਲੈ ਕੇ ਅਸਤ ਤੇਰੇ ਮਰਨ ਤੱਕ, ਜੰਮਣ ਤੋਂ ਲੈ ਕੇ ਮਰਨ ਤੱਕ ਜਿੰਨੀ ਵੀ ਤੇਰੀ ਆਰਬਲਾ ਹੈ, ਜਿੰਨੀ ਜ਼ਿੰਦਗੀ ਪ੍ਰਮਾਤਮਾ ਨੇ ਤੈਨੂੰ ਦਿੱਤੀ ਹੈ, ਇਹਦੇ ਵਿੱਚ ਤੇਰੇ ਜਿਹੜੀ ਮੰਦੀ ਬੁੱਧੀ ਹੈ ਨਾ, ਇਹਨੂੰ ਜੇਕਰ ਨਾਸ਼ ਕਰ ਦੇਵੇ, ਮੰਦੇ ਖਿਆਲ ਜੀ ਦੇ ਕਰਕੇ ਕਰਦਾ ਹੈ, ਮੰਦੇ ਕਰਮ ਕਰਦਾ ਹੈ, ਕਦੇ ਵੀ ਚੰਗਾ ਸੋਚਦਾ ਨਹੀਂ, ਮੰਦਾ ਸੋਚਦਾ ਹੈ, ਮੰਦਾ ਚਿਤਵਦਾ ਹੈ, ਮੰਦੇ ਕਰਮ ਕਰਦਾ, ਮੰਦਾ ਬੋਲਦਾ, ਸਭ ਕੁਝ ਮੰਦਾ ਹੀ ਕਰਦਾ, ਸਭ ਕੁਝ ਬੁਰਾ ਹੀ ਕਰਦਾ ਹੈ। ਜਿਸ ਮੰਦੀਲ ਬੁੱਧੀ ਦੇ ਕਰਕੇ, ਜਿਸ ਮਨ ਮੈਲੇ ਕਰਕੇ ਸਭ ਕੁਝ ਮੈਲਾ ਹੀ ਤੈਨੂੰ ਦਿਸਦਾ ਹੈ। ਜਿਵੇਂ ਮਹਾਰਾਜ ਜੀ ਦਾ ਮੁੱਖ ਵਾਕ ਹੈ ਨਾ, ਮਨ ਮੈਲਾ ਸਭ ਕੁਝ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਤਨ ਨੂੰ ਧੋਣੇ ਕਰਕੇ ਨਹੀਂ ਮਨ ਨੂੰ ਸ਼ੁੱਧ ਕੀਤਾ ਜਾ ਸਕਦਾ। ਔਰ ਜੇ ਮਨ ਮੈਲਾ ਹੈ ਤੇ ਸੰਸਾਰ ਵੀ ਮੈਲਾ ਹੀ ਦਿਸਦਾ ਹੈ। ਮਨੁੱਖ ਦੀ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਸੰਸਾਰ ਦੇ ਜੀਵ ਉਸੇ ਤਰ੍ਹਾਂ ਦਿਸਦੇ ਹਨ ਜਿੱਦਾਂ ਦੀ ਮਨੁੱਖ ਦੀ ਨਿਗਾਹ ਹੈ। ਸੁਖੀਏ ਕਉ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਸੁਖੀ ਬੰਦੇ ਨੂੰ ਸਾਰੇ ਸੁਖੀ ਨਜ਼ਰ ਆਉਂਦੇ ਨੇ ਤੇ ਰੋਗੀ ਦੀਆਂ ਨਜ਼ਰਾਂ ਵਿੱਚ ਸਾਰਾ ਸੰਸਾਰ ਹੀ ਰੋਗੀ ਹੈ। ਮਹਾਰਾਜ ਕਹਿੰਦੇ ਕਰਨ ਕਰਾਵਨ ਹਾਰ ਸੁਆਮੀ, ਆਪਨ ਹਾਥ ਸੰਜੋਗੀ। ਇਹ ਸਾਰਾ ਕੁਝ ਕਰਨ ਕਰਾਉਣ ਵਾਲਾ, ਸਾਰੇ ਵਿਧੀ ਵਿਧਾਨ ਬਣਾਉਣ ਵਾਲਾ ਅਸਲ ਦੇ ਵਿੱਚ ਪਰਮੇਸ਼ਰ ਆਪ ਹੈ। ਤੋ ਹਜੂਰ ਬਖਸ਼ਿਸ਼ ਕਰ ਰਹੇ ਹਨ, ਉਦੈ ਅਸਤ ਕੀ ਮਨ ਬੁੱਧ ਨਾਸੀ। ਕਹਿੰਦੇ ਹਨ ਕਿ ਜਿਹੜੀ ਮਲੀਨ ਬੁੱਧੀ ਹੈ ਨਾ, ਮਨ ਦੇ ਮੰਦੇ ਸੁਭਾਅ ਹਨ, ਇਹਨਾਂ ਨੂੰ ਹੈ ਪ੍ਰਾਣਾ ਤਾਰੇ ਜੀਵ ਜੰਮਣ ਤੋਂ ਲੈ ਕਰਕੇ ਮਰਨ ਤੱਕ, ਅਖੀਰਲੇ ਸਵਾਸਾਂ ਤੱਕ ਜੇ ਇਸ ਮੰਦੀ ਬੁੱਧੀ ਨੂੰ ਨਾਸ਼ ਕਰ ਦਿੰਦਾ ਹੈ ਤਾਉ ਸਦਾ ਸਹਿਜ ਲਿਵ ਲੀਣਾ। ਤਾਂ ਫਿਰ ਸਦੀਵੀ ਕਾਲ ਵਾਸਤੇ ਅਡੋਲ ਪਰਮਾਤਮਾ ਦੇ ਸਰੂਪ ਦੇ ਵਿੱਚ ਤੂੰ ਲੀਨ ਹੋ ਜਾਵੇਂਗਾ। ਜੇ ਮੰਦੀ ਬੁੱਧੀ ਨੂੰ ਨਾਸ਼ ਕਰਕੇ ਜੋ ਆਤਮ ਸ਼ੈਣੀ ਬੁੱਧ ਹੈ, ਸਵੈ ਸਰੂਪ ਦੀ ਪਹਿਚਾਨ ਕਰਨ ਵਾਲੀ ਚੰਗੀ ਬੁੱਧੀ ਹੈ, ਉਹਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਵੇ। ਇਹ ਸਾਧ ਸੰਗਤ ਜੀ, ਚੰਗੀ ਬੁੱਧ ਕੇਵਲ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਨਹੀਂ ਤਾਂ ਮਨੁੱਖ ਜੋ ਕੁਝ ਬਾਰ-ਬਾਰ ਅੱਖਾਂ ਦੇ ਨਾਲ ਦੇਖਦਾ ਹੈ, ਬਾਰ-ਬਾਰ ਕੰਨਾਂ ਦੇ ਨਾਲ ਸੁਣਦਾ ਹੈ, ਇਹ ਮਲੀਨ ਬੁੱਧੀ ਉਦਾਂ ਦੀ ਸੰਸਾਰ ਦੀ ਪਕੜ ਕਰਦੀ ਹੈ। ਜੋ ਕੁਝ ਬਾਰ-ਬਾਰ ਦੇਖਦਾ ਤੇ ਸੁਣਦਾ, ਮਨੁੱਖ ਦੀ ਬੁੱਧ ਉਸੇ ਤਰ੍ਹਾਂ ਹੀ ਪਕੜ ਕਰਦੀ ਹੈ। ਤੇ ਜੇ ਬਾਰ-ਬਾਰ ਸ਼ਬਦ ਦਾ ਅਭਿਆਸ ਕਰੇ, ਮੁਖ ਤੋਂ ਵੀ ਵਾਹਿਗੁਰੂ 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 ਦਾ ਸ਼ਬਦ ਜਪਦਾ, ਕੰਨਾਂ ਦੇ ਨਾਲ ਵੀ ਸਤਨਾਮ ਵਾਹਿਗੁਰੂ ਸਰਵਣ ਕਰਦਾ, ਨੇਤਰਾਂ ਦੇ ਨਾਲ ਵੀ ਸ਼ਬਦ ਦੇ ਦੀਦਾਰ ਕਰਦਾ, ਤੇ ਫਿਰ ਸੁਭਾਵਕ ਹੀ ਮਨੁੱਖ ਦੀ ਬੁੱਧੀ ਸ਼ਬਦ ਨੂੰ ਹੀ ਪਕੜ ਕਰੇਗੀ। ਜੇ ਬਾਰ-ਬਾਰ ਦੇਖਦਾ ਹੀ ਮਾੜਾ, ਬੋਲਦਾ ਹੀ ਮਾੜਾ, ਸੁਣਦਾ ਵੀ ਮਾੜਾ, ਤੇ ਬੁੱਧੀ ਨੇ ਫਿਰ ਮਾੜੇ ਹੀ ਪਕੜ ਕਰਨੀ ਹੈ ਨਾ। ਫਿਰ ਸਾਧ ਸੰਗਤ ਜੀ, ਚੰਗੇ ਪਾਸੇ ਥੋੜਾ ਹੀ ਬੁੱਧੀ ਲੱਗੇਗੀ, ਚੰਗੇ ਸ਼ਬਦ ਦੀ ਥੋੜਾ ਪਕੜ ਕਰੇਗੀ। ਸ਼ਬਦ ਦੀ ਤਾਂ ਪਕੜ ਕਰੇਗੀ ਜੀ ਸ਼ਬਦ ਨੂੰ ਸੁਣੇਗਾ, ਜਪੇਗਾ, ਨੇਤਰਾਂ ਦੇ ਨਾਲ ਵੀ ਬਾਰ-ਬਾਰ ਦਰਸ਼ਨ ਕਰੇਗਾ। ਇਸ ਲਈ ਮਹਾਰਾਜ ਕਹਿੰਦੇ ਹੈ ਜੀਵਾ, ਸਦੀਵੀ ਕਾਲ ਲਈ ਤੂੰ ਸ਼ਬਦ ਪ੍ਰਮਾਤਮਾ ਦੇ ਅਡੋਲ ਸਰੂਪ ਦੇ ਵਿੱਚ ਲੀਨ ਹੋ ਜਾਵੇਂਗਾ, ਜੇਕਰ ਮਲੀਨ ਬੁੱਧੀ ਨੂੰ ਆਪਣੇ ਹਿਰਦੇ ਵਿੱਚੋਂ ਅਭਾਵ ਕਰ ਦੇਵੇ। ਮੰਦੀ ਬੁੱਧੀ ਨੂੰ ਨਾਸ਼ ਕਰਕੇ
ਤੇ ਚੰਗੀ ਬੁੱਧ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਵੇ। ਜਿਉ ਪ੍ਰਤਿਬਿੰਬ ਬਿੰਬ ਕਉ ਮਿਲੀ ਹੈ। ਫਿਰ ਬੇਨਤੀ ਕੀਤੀ ਹੈ, हे ਮਹਾਰਾਜ, ਇਹ ਜੀਵ ਦਾ ਬ੍ਰਹਮ ਦੇ ਵਿੱਚ ਅਭੇਰਤਾ ਕਿਵੇਂ ਹੁੰਦੀ ਹੈ? ਪਰਮਾਤਮਾ ਦੇ ਵਿੱਚ ਇਹ ਜੀਵ ਕਿਵੇਂ ਸਮਾਉਂਦਾ ਹੈ? ਸਤਿਗੁਰੂ ਜੀ ਉਦਾਹਰਣ ਦੇ ਕਰਕੇ ਬਖਸ਼ਿਸ਼ ਕਰਦੇ ਨੇ, ਜਿਉ ਪ੍ਰਤਿਬਿੰਬ ਬਿੰਬ ਕਉ ਮਿਲੀ ਹੈ। ਜਿਵੇਂ ਸੂਰਜ ਦਾ ਪ੍ਰਤਿਬਿੰਬ, ਕਹੀਏ ਕਿ ਕਿਰਨਾਂ, ਸੂਰਜ ਦੀਆਂ ਕਿਰਨਾਂ ਨਿਕਲਦੀਆਂ ਨੇ ਨਾ, ਧਰਤੀ ਤੇ ਪੈਂਦੀਆਂ ਨੇ, ਪ੍ਰਕਾਸ਼ ਕਰਦੀਆਂ ਨੇ, ਸਭ ਥਾਵਾਂ ਤੇ ਪ੍ਰਕਾਸ਼ ਕਰਦੀਆਂ। ਇਸੇ ਤਰ੍ਹਾਂ ਸੂਰਜਵਤ ਅਕਾਲ ਪੁਰਖ ਪਰਮਾਤਮਾ ਹੈ। ਉਸ ਪਰਮਾਤਮਾ ਦੀ ਕਿਰਨਾਂ ਰੂਪ ਪ੍ਰਤਿਬਿੰਬ ਸਾਰੇ ਜੀਵਾਂ ਦੇ ਅੰਦਰ ਪੈ ਰਿਹਾ ਹੈ। ਜਿਹੜੀ ਚੇਤਨ ਸ਼ਕਤੀ ਹੈ ਨਾ, ਇਹ ਸਾਧ ਸੰਗਤ ਜੀ, ਇਹ ਪਰਮਾਤਮਾ ਦਾ ਪ੍ਰਤਿਬਿੰਬ ਹੈ। ਔਰ ਇਸੇ ਪ੍ਰਕਾਰ ਜਿਵੇਂ ਸਾਧ ਸੰਗਤ ਜੀ ਹਜ਼ਾਰਾਂ ਹੀ ਘੜੇ ਪਾਣੀ ਦੇ ਨਾਲ ਭਰ ਕੇ ਧਰਤੀ ਤੇ ਰੱਖ ਦੇਈਏ ਤੇ ਸੂਰਜ ਦੀਆਂ ਕਿਰਨਾਂ ਸਾਰਿਆਂ ਦੇ ਵਿੱਚ ਆਪਣਾ ਪ੍ਰਕਾਸ਼ ਪਾਉਂਦੀਆਂ ਨੇ। ਸਭ ਦੇ ਅੰਦਰ ਸੂਰਜ ਦਾ ਪ੍ਰਤਿਬਿੰਬ ਦਿਸਦਾ ਹੈ। ਸੂਰਜ ਦਾ ਸਾਧ ਸੰਗਤ ਜੀ ਸਰੂਪ ਸਾਰਿਆਂ ਦੇ ਵਿੱਚ ਹੀ ਦਿਸਦਾ ਹੈ। ਭਾਵੇਂ ਵੱਖੋ ਵੱਖਰੇ ਰੰਗ ਬਰੰਗੇ ਪਾਣੀ ਨੂੰ ਬਣਾ ਦਿੱਤਾ ਜਾਵੇ, ਕਿਸੇ ਪਾਣੀ ਵਿੱਚ ਪੀਲਾ ਰੰਗ ਪਾ ਦੇਈਏ, ਨੀਲਾ ਪਾ ਦੇਈਏ, ਵੱਖੋ ਵੱਖਰੇ ਰੰਗ ਵੀ ਭਾਵੇਂ ਉਹਨਾਂ ਪਾਣੀ ਵਿੱਚ ਪਾ ਦਿੱਤੇ ਜਾਣ, ਤੇ ਜਿੱਦਾਂ ਦਾ ਰੰਗ ਹੈ ਨਾ, ਉਦਾਂ ਦਾ ਸੂਰਜ ਦਿਸਦਾ ਹੈ। ਪਾਣੀ ਵਿੱਚ ਜੇ ਪੀਲਾ ਰੰਗ ਹੈ ਤੇ ਪੀਲੇ ਰੰਗ ਦਾ ਦਿਸਣ ਲੱਗ ਪੈਂਦਾ। ਔਰ ਇਸੇ ਪ੍ਰਕਾਰ ਜੇ ਚਿੱਟਾ ਤੇ ਚਿੱਟੇ ਰੰਗ ਦਾ ਦਿਸਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇਕਰ ਉਹ ਘੜਿਆਂ ਦੇ ਵਿੱਚੋਂ ਪਾਣੀ ਨੂੰ ਕੱਢ ਦਿੱਤਾ ਜਾਵੇ ਜਾਂ ਹੱਥ ਵਿੱਚ ਡੰਡਾ ਲੈ ਕੇ ਭੰਨ ਦੇਈਏ, ਤੇ ਸਾਧ ਸੰਗਤ ਜੀ ਜਿਹੜਾ ਪ੍ਰਤਿਬਿੰਬ ਹੁੰਦਾ ਫਿਰ ਸੂਰਜ ਦੇ ਵਿੱਚ ਹੀ ਜਾ ਕੇ ਮਿਲ ਜਾਂਦਾ ਹੈ। ਸੂਰਜ ਦੀਆਂ ਕਿਰਨਾਂ ਸੂਰਜ ਦੇ ਵਿੱਚ ਹੀ ਜਾ ਕੇ ਅਸਤ ਹੋ ਜਾਂਦੀਆਂ ਨੇ। ਮਹਾਰਾਜ ਐਸੇ ਉਦਾਹਰਣ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਉਦਕ ਕੁੰਭ ਵਿਗਰਾਨਾ। ਉਦਕ ਕਹੀਏ ਕਿ ਜਿਹੜਾ ਪਾਣੀ ਹੈ, ਕੁੰਭ ਘੜੇ ਦੇ ਜਿਹੜਾ ਪਾਣੀ ਹੈ, ਵਿਗਰਾਨਾ ਨੂੰ ਵਿਗਾੜ ਦੇਈਏ, ਵਿੱਚੋਂ ਕੱਢ ਦੇਈਏ, ਤੇ ਸਾਧ ਸੰਗਤ ਜੀ ਸੂਰਜ ਦਾ ਪ੍ਰਤਿਬਿੰਬ ਸੂਰਜ ਵਿੱਚ ਜਾ ਕੇ ਮਿਲ ਜਾਂਦਾ ਹੈ। ਜਾਂ ਡੰਡਾ ਲੈ ਕੇ ਘੜਿਆਂ ਨੂੰ ਭੰਨ ਦੇਈਏ ਤਾਂ ਵੀ ਮਹਾਰਾਜ ਕਹਿੰਦੇ ਉਹਦੇ ਵਿੱਚ ਹੀ ਜਾ ਕੇ ਮਿਲ ਜਾਂਦਾ ਹੈ। ਔਰ ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ। ਜਿਉ ਪ੍ਰਤਿਬਿੰਬ ਬਿੰਬ ਕਉ ਮਿਲੀ ਹੈ। ਹਜੂਰ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੂਰਜਵਤ ਅਕਾਲ ਪੁਰਖ ਪਰਮਾਤਮਾ ਹੈ। ਸੰਸਾਰ ਦੇ ਜੀਵ ਰੂਪ ਘੜੇ ਹਨ। ਮਹਾਰਾਜ ਕਹਿੰਦੇ ਹਨ, ਇਹਨਾਂ ਵਿੱਚ ਸ਼ਕਾਮ ਕਰਮਾ ਰੂਪੀ ਪਾਣੀ ਭਰਿਆ ਹੋਇਆ ਹੈ। ਕਿਸੇ ਅੰਦਰ ਨਿਸ਼ਕਾਮ ਕਰਮਾ ਰੂਪੀ ਜਲ ਭਰਿਆ, ਕਿਸੇ ਵਿੱਚ ਬਹੁਤ ਸਾਰਾ ਸ਼ਕਾਮ ਕਰਮਾ ਰੂਪੀ ਪਾਣੀ ਇਹ ਭਰਿਆ ਹੋਇਆ ਹੈ। ਤੇ ਫਿਰ ਵੱਖੋ ਵੱਖਰੇ ਸੁਭਾਵਾਂ ਰੂਪੀ ਰੰਗਾਂ ਬਰੰਗਾਂ ਦੇ ਜੀਵ ਪ੍ਰਮਾਤਮਾ ਨੇ ਬਣਾਏ ਹਨ। ਕਿਸੇ ਦਾ ਤਮੋਗੁਣੀ ਸੁਭਾਅ, ਕਿਸੇ ਦਾ ਸਤੋਗੁਣੀ ਸੁਭਾਅ ਤੇ ਕਿਸੇ ਦਾ ਰਜੋਗੁਣੀ ਸੁਭਾਅ ਬਣਾਇਆ। ਕਿਉਂਕਿ ਰਾਜਸੀ, ਤਾਮਸੀ ਤੇ ਸਾਂਤਕੀ ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਵਾਹਿਗੁਰੂ ਜੀ ਨੇ ਬਣਾਈ ਹੈ। ਵੱਖੋ ਵੱਖਰੇ ਸੁਭਾਵਾਂ ਦੇ ਪ੍ਰਮਾਤਮਾ ਨੇ ਜੀਵ ਜੰਤੂ ਪੈਦਾ ਕੀਤੇ ਹਨ। ਫਿਰ ਮਹਾਰਾਜ ਕਹਿੰਦੇ, ਵਾਹਿਗੁਰੂ ਜੀ ਦੇ ਸਰੂਪ ਦਾ ਜਿਹੜਾ ਪ੍ਰਤੀਬਿੰਬ ਹੈ ਨਾ, ਇਹ ਜਦੋਂ ਜੀਵ ਦੇ ਹਿਰਦੇ ਅੰਦਰ ਪੈਂਦਾ ਹੈ, ਸਭ ਦੇ ਅੰਦਰ ਪ੍ਰਕਾਸ਼ ਕਰਦਾ ਪਿਆ। ਮਹਾਰਾਜ ਕਹਿੰਦੇ, ਜਦੋਂ ਗਿਆਨ ਰੂਪੀ ਡੰਡੇ ਦੇ ਨਾਲ ਇਹ ਜੀਵ ਦਾ ਜਿਹੜਾ ਜੀਵਪੁਣਾ ਮਨ ਵਿੱਚ ਹੰਕਾਰ ਬਣਿਆ ਹੋਇਆ ਹੈ, ਭਾਵ ਸੰਕਲਪਾਂ ਵਿਕਲਪਾਂ ਫੁਰਨਿਆਂ ਦਾ ਜਿਹੜਾ ਪਾਣੀ ਭਰਿਆ, ਇਹਨੂੰ ਵਿਗਾੜ ਦਿੱਤਾ ਜਾਵੇ, ਕੱਢ ਦਿੱਤਾ ਜਾਵੇ, ਭੰਨ ਦਿੱਤਾ ਜਾਵੇ, ਤੇ ਕੇਵਲ ਉਹ ਪਰਮਾਤਮਾ ਦਾ ਜਿਹੜਾ ਪ੍ਰਤੀਬਿੰਬ ਵਾਹਿਗੁਰੂ ਜੀ ਦਾ ਸਰੂਪ ਹੈ, ਉਹ ਕੇਵਲ ਬਾਕੀ ਰਹਿੰਦਾ। ਪਰਮਾਤਮਾ ਦਾ ਸਰੂਪ ਜੋ ਅਮਰ ਹੈ, ਜਿਵੇਂ ਸੂਰਜ ਦੀਆਂ ਕਿਰਨਾਂ ਸੂਰਜ ਵਿੱਚ ਮਿਲ ਜਾਂਦੀਆਂ, ਇਸੇ ਤਰ੍ਹਾਂ ਜੋਤ ਜੋਤੀ ਸਰੂਪ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੀ ਹੈ। ਉਦਕ ਕੁੰਭ ਵਿਗਰਾਨਾ। ਜਦੋਂ ਮਹਾਰਾਜ ਕਹਿੰਦੇ ਸੰਕਲਪਾਂ ਰੂਪੀ ਪਾਣੀ ਨੂੰ ਭੰਨ ਦਿੱਤਾ ਜਾਵੇ ਗਿਆਨ ਰੂਪ ਡੰਡੇ ਦੇ ਨਾਲ, ਸਤਿਗੁਰੂ ਜੀ ਦੇ ਸ਼ਬਦ ਦਾ ਆਸਰਾ ਲੈ ਕੇ, ਸ਼ਬਦ ਦਾ ਅਭਿਆਸ ਕਰਕੇ ਪਾਣੀ ਨੂੰ ਅਭਾਵ ਕਰ ਦਿੱਤਾ, ਬਗੇੜ ਦਿੱਤਾ, ਡੋਲ ਦਿੱਤਾ ਹੈ, ਤਾਂ ਫਿਰ ਇਹ ਜੀਵ ਅਕਾਲ ਪੁਰਖ ਵਾਹਿਗੁਰੂ ਜੋਤੀ ਸਰੂਪ ਪਰਮਾਤਮਾ ਦੇ ਵਿੱਚ ਮਿਲਿਆ ਹੈ। ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ। ਭਗਤ ਕਬੀਰ ਸਾਹਿਬ ਜੀ ਉਚਾਰਨ ਕਰਦੇ ਹਨ, ਕਹਿੰਦੇ ਹਨ ਕਿ ਇਦਾਂ ਦਾ ਜੇਕਰ ਗੁਣ ਜੀਵ ਦੇ ਸਾਹਮਣੇ ਪਿਆ ਹੋਵੇ, ਭਾਵ ਜਦੋਂ ਤੱਕ ਮਨੁੱਖ ਅਗਿਆਤ ਹੁੰਦਾ ਹੈ, ਬੇਸਮਝ ਹੁੰਦਾ ਹੈ, ਅਗਿਆਨ ਭਰਮ ਦੇ ਕਰਕੇ ਮਨੁੱਖ ਦੇ ਸਾਹਮਣੇ ਹਨੇਰੇ ਵਿੱਚ ਪਈ ਹੋ ਰੱਸੀ ਵੀ ਪ੍ਰਤੀਤ ਹੁੰਦਾ ਕਿ ਸੱਪ ਹੈ।
ਇਉਂ ਲੱਗਦਾ ਕਿ ਸੱਪ ਹੀ ਮੇਰੇ ਸਾਹਮਣੇ ਪਿਆ ਹੋਇਆ, ਡਰਦਾ ਹੈ, ਬਾਰ-ਬਾਰ ਤੜਪਦਾ ਹੈ ਕਿਤੇ ਸੱਪ ਲੜ ਨਾ ਜਾਵੇ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਕਹੋ ਕਬੀਰ ਐਸਾ ਗੁਣ ਭ੍ਰਮ ਭਾਗੈ, ਜੇ ਮਰ ਤੇ ਪਿਆ ਹੋਇਆ ਭਰਮ ਦਾ ਪੜਦਾ, ਅਗਿਆਨ ਭਰਮ ਜੇਕਰ ਗਿਆਨ ਰੂਪ ਡੰਡੇ ਦੇ ਨਾਲ ਭਜਾ ਦਿੱਤਾ ਜਾਵੇ, ਸ਼ਬਦ ਦਾ ਆਸਰਾ ਲੈ ਕਰਕੇ ਜੇ ਭਜਾ ਦਿੱਤਾ ਜਾਵੇ। ਤਉ ਮਨ ਸੁਨ ਸਮਾਨਾ। ਹੇ ਪ੍ਰਾਣਾ ਧਾਰੀ ਜੀਵ, ਤਾਂ ਇਹ ਮਨ ਸੁਨ ਅਪੁਰ ਸਮਾਧੀ ਦੇ ਵਿੱਚ ਸਮਾਉਂਦਾ ਹੈ, ਤਾਂ ਇਸ ਮਨ ਦੀ ਲੀਨਤਾ ਪਰਮਾਤਮਾ ਦੇ ਸਰੂਪ ਦੇ ਵਿੱਚ ਹੁੰਦੀ ਹੈ ਜੇਕਰ ਹਿਰਦੇ ਹੋ ਕੇ ਪਰਮਾਤਮਾ ਦਾ ਚਿੰਤਨ ਕਰਦਾ ਹੈ, ਸ਼ੰਕਿਆਂ ਤੋਂ ਭਰਮਾਂ ਤੋਂ ਰਹਿਤ ਹੋ ਕੇ ਸ਼ਰਧਾਵਾਨ ਹੋ ਕੇ ਪਰਮਾਤਮਾ ਨੂੰ ਚੇਤੇ ਕਰਦਾ ਹੈ। ਕਿਉਂਕਿ ਸ਼ਰਧਾਵਾਨੰ ਲਭਤੇ ਗਿਆਨੰ, ਜਿਹੜੇ ਸ਼ਰਧਾਵਾਨ ਮਨੁੱਖ ਹੁੰਦੇ ਉਹ ਕੇਵਲ ਗਿਆਨ ਦੀ ਭਾਲ ਕਰਦੇ ਹੈ। ਸ਼ੰਕੇਵਾਦੀ ਤਾਂ ਸਾਧ ਸੰਗਤ ਜੀ ਤਰਕਾਂ ਹੀ ਲੱਭਦੇ ਰਹਿੰਦੇ ਆ, ਉਹ ਤਾਂ ਕੋਈ ਨਾ ਕੋਈ ਕਿਸੇ ਦੀ ਭੁੱਲ ਗਲਤੀ ਬਸ ਲੱਭਦੇ ਰਹਿੰਦੇ ਆ। ਜਿਹੜੇ ਤਰਕਵਾਦੀ ਹੁੰਦੇ ਆ ਉਹਨਾਂ ਨੂੰ ਕੇਵਲ ਤਰਕਾਂ ਦੇ ਨਾਲ ਪਿਆਰ ਹੁੰਦਾ ਹੈ, ਤੇ ਜਿਹੜਾ ਮਨੁੱਖ ਸ਼ਰਧਾਵਾਨ ਹੁੰਦਾ ਹੈ ਉਹਨੂੰ ਕੇਵਲ ਸਾਧ ਸੰਗਤ ਜੀ ਗਿਆਨ ਦੇ ਨਾਲ ਪਿਆਰ ਹੁੰਦਾ ਹੈ। ਉਹ ਹਰ ਸਮੇਂ ਗਿਆਨ ਹੀ ਭਾਲਦੇ ਹਨ, ਹਰ ਸਮੇਂ ਗੁਣਾਂ ਦੀ ਭਾਲ ਕਰਦੇ ਰਹਿੰਦੇ ਆ। ਔਗਣ ਹਾਰਿਆਂ ਦੇ ਵਿੱਚੋਂ ਵੀ ਕੋਈ ਨਾ ਕੋਈ ਗੁਣ ਲੱਭ ਹੀ ਲੈਂਦੇ ਆ, ਕਿਉਂਕਿ ਪ੍ਰਮਾਤਮਾ ਨੇ ਹਰ ਇੱਕ ਜੀਵ ਦੇ ਅੰਦਰ ਸਾਰੇ ਗੁਣ ਨਹੀਂ ਪਾਏ, ਤੇ ਹਰ ਕਿਸੇ ਦੇ ਵਿੱਚ ਪ੍ਰਮਾਤਮਾ ਨੇ ਸਾਰੇ ਔਗਣ ਵੀ ਨਹੀਂ ਪਾਏ। ਪ੍ਰਮਾਤਮਾ ਨੇ ਦੋਵਾਂ ਦਾ ਸੁਮੇਲ ਬਣਾਇਆ, ਜਿੱਥੇ ਗੁਣ ਭਰੇ ਆ ਨਾ ਜੀਵਾਂ ਦੇ ਅੰਦਰ, ਉੱਥੇ ਔਗਣ ਵੀ ਪਾਏ ਆ। ਤੇ ਜਿੱਥੇ ਕਿੰਨਾ ਵੀ ਵੱਡੇ ਤੋਂ ਵੱਡਾ ਕੋਈ ਔਗਣਾ ਵਾਲਾ ਜੀਵ, ਉਹਦੇ ਅੰਦਰ ਕੋਈ ਨਾ ਕੋਈ ਰੱਬ ਨੇ ਗੁਣ ਵੀ ਜ਼ਰੂਰ ਪਾਏ ਆ। 84 ਲੱਖ ਜੂਨਾਂ ਹਨ, ਹਰ ਇੱਕ ਦੇ ਅੰਦਰ ਪਰਮਾਤਮਾ ਨੇ ਗੁਣ ਤੇ ਔਗਣਾਂ ਦਾ ਸੁਮੇਲ ਬਣਾ ਕਰਕੇ ਜੀਵ ਨੂੰ ਪੈਦਾ ਕੀਤਾ। ਤੇ ਜੇ ਸਾਰੇ ਔਗਣ ਅਭਾਵ ਹੋ ਜਾਣ, ਕੇਵਲ ਗੁਣ ਹੀ ਗੁਣ ਰਹਿ ਜਾਣ, ਉਹ ਜੀਵ ਫਿਰ ਜੀਵ ਨਹੀਂ ਰਹਿ ਜਾਂਦਾ। ਸਾਧ ਸੰਗਤ ਜੀ, ਜੀਵ ਪੁਣਾ ਰਹਿਤ ਹੋ ਜਾਂਦਾ ਹੈ ਜਦੋਂ ਸਾਰੇ ਗੁਣ ਜੀਵ ਦੇ ਅੰਦਰ ਆ ਜਾਂਦੇ ਹੈ। ਜੀਵ ਪੁਣੇ ਤੋਂ ਰਹਿਤ ਹੋ ਕਰਕੇ ਈਸ਼ਵਰ ਰੂਪ ਹੋ ਕਰਕੇ ਬ੍ਰਹਮ ਦੇ ਵਿੱਚ ਅਭੇਦ ਹੋ ਜਾਂਦਾ ਹੈ। ਜੀਵ ਦਾ ਜੀਵ ਪੁਣਾ ਚਲਿਆ ਜਾਂਦਾ ਹੈ, ਫਿਰ ਈਸ਼ਵਰ ਸਰੂਪ ਹੀ ਜਾਣਦਾ ਹੈ, ਫਿਰ ਆਪਣੀ ਹੋਂਦ ਵੱਖਰੀ ਨਹੀਂ ਕਦਾਚਿਤ ਵੀ ਪ੍ਰਗਟ ਕਰਨ ਦਾ ਦਾਅਵਾ ਕਰਦਾ ਹੈ ਕਿ ਮੈਂ ਸੰਸਾਰ ਦੇ ਅੰਦਰ ਵੱਖਰਾ ਹਾਂ ਤੇ ਈਸ਼ਵਰ ਵੱਖਰਾ ਹੈ। ਮਹਾਰਾਜ ਕਹਿੰਦੇ ਜਦੋਂ ਸਾਰੇ ਗੁਣ ਲੱਭਾ ਲੱਭ ਜੀਵ ਦੇ ਅੰਦਰ ਭਰ ਜਾਂਦੇ ਆ, ਉਦੋਂ ਫਿਰ ਬ੍ਰਹਮ ਦਾ ਸਰੂਪ ਹੋ ਜਾਂਦਾ ਹੈ। ਇਉਂ ਪਰਮਾਤਮਾ ਨੇ ਜੀਵਾਂ ਦੇ ਅੰਦਰ ਗੁਣ ਅਤੇ ਔਗੁਣ ਪਾ ਕੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਹਜੂਰ ਨੇ ਸਮਾਪਤੀ ਦੀ ਪੰਕਤੀਆਂ ਵਿੱਚ ਕਥਨ ਕੀਤਾ, ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ, ਤਉ ਮਨ ਸੁਨ ਸਮਾਨਾ। ਹੇ ਜੀਵ, ਜੇ ਭਰਮ ਦਾ ਪਰਦਾ ਤੇਰਾ ਹਟ ਜਾਵੇ ਤਾਂ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਸਮਾ ਸਕਦਾ ਹੈ, ਤਾਂ ਫਿਰ ਨਿਰਵਿਕਲਪ ਸਮਾਧੀ ਦੇ ਵਿੱਚ ਲੀਨ ਹੋ ਸਕਦਾ ਹੈ। ਨਹੀਂ ਤਾਂ ਸੰਸਾਰ ਦੀਆਂ ਝੂਠੀਆਂ ਸਮਾਧੀਆਂ ਦੇ ਵਿੱਚ ਭਾਵੇਂ ਮਨੁੱਖ ਜਿੰਨਾ ਸਮਾਂ ਮਰਜ਼ੀ ਜ਼ਿੰਦਗੀ ਵਿੱਚ ਲੱਗਾ ਰਹੇ, ਬਗਲੇਵਤ ਸਮਾਧੀ ਲਾ ਕਰਕੇ ਭਾਵੇਂ ਬੜੇ ਪਖੰਡ ਪਾਦ ਕਰ ਕਰਕੇ ਦੱਸੀ ਜਾਵੇ, ਪਰ ਮਹਾਰਾਜ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਹਨ। ਤਵੈ ਪ੍ਰਸਾਦ ਸਵਈਏ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਗ ਧਿਆਨ ਲਗਾਇਓ। ਕਹਿੰਦੇ ਕੀ ਹੋ ਗਿਆ ਜੇ ਬਗਲੇਵਤ ਸਮਾਧੀ ਲਾ ਕੇ ਅੱਖਾਂ ਬੰਦ ਕਰਕੇ ਬੈਠ ਗਿਆ, ਕੋਈ ਲਾਹਾ ਥੋੜਾ ਖੱਟ ਸਕਿਆ, ਕੋਈ ਲਾਹਾ ਨਹੀਂ ਹੈ। ਜੇ ਮਨ ਦੇ ਮੰਦੇ ਸੁਭਾਅ ਨੂੰ ਨਾ ਛੱਡਿਆ, ਜੇ ਔਗਣਾਂ ਦਾ ਤਿਆਗ ਕਰਕੇ ਸ਼ੁਭ ਗੁਣਾਂ ਨੂੰ ਧਾਰਨ ਨਾ ਕੀਤਾ, ਮਹਾਰਾਜ ਜੀ ਦੇ ਬਚਨਾਂ ਨੂੰ ਸਤ ਕਰਕੇ ਨਾ ਮੰਨਿਆ, ਜੋ ਸ਼ੰਕਾਵਾਦੀ ਵਾਲਾ ਤੇਰਾ ਸੁਭਾਅ ਹੈ, ਸ਼ੰਕੇ ਕਰਨੇ ਦਾ ਤਰਕਾਂ ਵਾਲਾ ਉਹ ਸੁਭਾਅ ਨਾ ਛੱਡਿਆ, ਤੇ ਹਜੂਰ ਕਹਿੰਦੇ ਕੋਈ ਲਾਭ ਨਹੀਂ ਹੈ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਗ ਧਿਆਨ ਲਗਾਇਓ। ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਆ ਲੋਕ ਤਾਂ ਗਿਆ ਗਿਆ, ਜ਼ਿੰਦਗੀ ਮਿੜੀ ਹੋਈ ਉਹ ਤਾਂ ਅਜਾਈ ਗਈ, ਪਰ ਲੋਕ ਵੀ ਆਪਣਾ ਤੂੰ ਅਜਾਈ ਗਵਾ ਲਿਆ। ਕੋਈ ਲੋਕ ਨਹੀਂ ਆਪਣਾ ਸਵਾਰਿਆ, ਨਾ ਸੰਸਾਰ ਦੇ ਵਿੱਚ ਕੁਝ ਖੱਟਿਆ। ਸੰਸਾਰ ਦੇ ਲੋਕਾਂ ਵੀ ਪਖੰਡੀ ਕਿਹਾ ਕਿ ਤਾਂ ਪਖੰਡੀ ਸੀ, ਐਵੇਂ ਸਾਨੂੰ ਗੁੰਮਰਾਹ ਕਰਦਾ ਸੀ, ਐਵੇਂ ਬਗਲੇਵਤ ਸਮਾਧੀ ਲਾ ਕੇ ਸਾਡੇ ਅੱਖੀਂ ਘੱਟਾ ਹੀ ਪਾਉਂਦਾ ਰਿਹਾ। ਮਹਾਰਾਜ ਕਹਿੰਦੇ ਸੰਸਾਰ ਵੀ ਨਹੀਂ ਸਵਾਰ ਸਕਿਆ, ਨਾ ਜਗ ਦੀ ਸੋਭਾ ਲਈ ਤੇ ਨਾ ਪਰਮਾਤਮਾ ਦੇ ਘਰ ਦੇ ਵਿੱਚ ਕੁਝ ਮਾਣ ਪ੍ਰਾਪਤ ਕੀਤਾ। ਦੋਵੇਂ ਲੋਕ ਹੀ ਆਪਣੇ ਇਸ ਨੇ ਅਕਾਰਤ ਗਵਾਏ ਹਨ। ਇਸ ਕਰਕੇ ਹਜੂਰ ਕਹਿੰਦੇ ਹੈ ਜੀਵਾ,
ਉਸ ਅਸਲ ਸਮਾਧੀ ਦੇ ਵਿੱਚ ਤਾਂ ਤੂੰ ਲੀਨ ਹੋਵੇਂਗਾ ਜਦੋਂ ਭਰਮਾਂ ਤੋਂ ਰਹਿਤ ਹੋਵੇਂਗਾ। ਇਹ ਸਾਧ ਸੰਗਤ ਜੀ, ਭਰਮਾਂ ਤੋਂ ਰਹਿਤ ਹੋਣੇ ਦੀ ਨਿਸ਼ਾਨੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਦੱਸੀ ਹੈ। ਜਦੋਂ ਤੱਕ ਮਨੁੱਖ ਦੇ ਮਨ ਵਿੱਚ ਭਰਮ ਹੈ, ਉਦੋਂ ਤੱਕ ਕਦੇ ਹਿਰਦਾ ਅਡੋਲ ਨਹੀਂ ਹੋ ਸਕਦਾ। ਉਦੋਂ ਤੱਕ ਡਗਮਗਾਉਂਦਾ ਰਹਿੰਦਾ ਹੈ, ਡਾਵਾਂ ਡੋਲ ਹੋਇਆ ਰਹਿੰਦਾ ਹੈ, ਕਦੇ ਕਿਸੇ ਪਾਸੇ ਡੋਲ ਜਾਂਦਾ ਹੈ, ਕਦੇ ਨਿੱਕੀ ਨਿੱਕੀ ਗੱਲ ਤੋਂ ਮਨ ਡੋਲਦਾ ਰਹਿੰਦਾ ਹੈ। ਸਤਿਗੁਰੂ ਜੀ ਦਾ ਵਚਨ ਹੈ, ਡੀਗਨ ਡੋਲਾ ਤਾਉ ਲਾਓ ਜੋ ਮਨ ਕੇ ਭਰਮਾ। ਜਦੋਂ ਤੱਕ ਇਹ ਜੀਵ ਤੇਰੇ ਮਨ ਦੇ ਅੰਦਰ ਭਰਮ ਪਏ ਹੈ ਨਾ, ਉਦੋਂ ਤੱਕ ਤੂੰ ਕਦੇ ਵੀ ਅਡੋਲ ਨਹੀਂ ਹੋ ਸਕਦਾ। ਡੀਗਨ ਡੋਲਾ ਤਾਉ ਲਾਓ ਜੋ ਮਨ ਕੇ ਭਰਮਾ, ਭ੍ਰਮ ਕਾਟੇ ਗੁਰ ਆਪਨੇ ਪਾਏ ਬਿਸਰਾਮਾ। ਜਦੋਂ ਸਤਿਗੁਰੂ ਜੀ ਕਿਰਪਾ ਕਰਕੇ ਭਰਮ ਦਾ ਪਰਦਾ ਕੱਟ ਦਿੰਦੇ ਐ, ਤਾਂ ਫਿਰ ਜੀਵ ਹਿਰਦੇ ਦੀ ਅਡੋਲਤਾ ਬਣਾਉਂਦਾ ਹੈ। ਤਾਂ ਫਿਰ ਹਿਰਦੇ ਦੀ ਅਡੋਲਤਾ ਬਣਦੀ ਜਦੋਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਨਹੀਂ ਤਾਂ ਜ਼ਿੰਦਗੀ ਭਰ ਡਾਵਾਂ ਡੋਲ ਹੀ ਹੋਇਆ ਰਹਿੰਦਾ, ਨਿੱਕੀ ਨਿੱਕੀ ਗੱਲ ਤੋਂ ਇਹ ਮਨ ਡੋਲਦਾ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਓ ਮੇਲ। ਜਿਉ ਪ੍ਰਤਿਬਿੰਬ ਬਿੰਬ ਕਉ ਮਿਲੀ ਹੈ, ਉਦਕ ਕੁੰਭ ਬਿਗਰਾਨਾ। ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ, ਤਾਉ ਮਨ ਸੁਨ ਸਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।